Fateh Sangat ji. Today we have Rajveer Kaur, Nodeep Kaur's sister, with us. She is the president of the Bhagat Singh Chhatra Ekta Manch, Delhi University, and is doing her PhD from the Punjabi department. She is here to address Nodeep Kaur's arrest, which took place from the Kundli border by the Haryana police on 12th January 2021, and had FIRs filed against her on a wide range of sections. She was also sexually assaulted by the police in the custody and currently has court hearings for her bail going on. Um, Penji, can you please tell us who Nodeep Kaur is and why was she arrested? ਨੌਦੀਪ ਕੌਰ ਵੈਸੇ ਮੈਂ ਉਹਦੀ ਵੱਡੀ ਸਿਸਟਰ ਹਾਂ। ਨੌਦੀਪ ਕੌਰ ਨੇ ਅਸੀਂ ਪੰਜਾਬ ਤੋਂ ਹੈਗੇ ਹਾਂ। ਜੋ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਹੈਗਾ ਔਰ ਪਿੰਡ ਗੰਦੜ ਹੈ, ਤਾਂ ਅਸੀਂ ਮਤਲਬ ਸ਼ੁਰੂ ਤੋਂ ਹੀ ਉੱਥੇ ਰਹੇ ਪਿੰਡ ਦੇ ਵਿੱਚ ਹੀ। ਔਰ ਉਸ ਤੋਂ ਬਾਅਦ ਮੈਂ ਫਿਲਹਾਲ ਦਿੱਲੀ ਯੂਨੀਵਰਸਿਟੀ 'ਚ PhD ਕਰ ਰਹੀ ਹੈਗੀ ਹਾਂ, ਤਾਂ ਉਹਦੇ ਦੌਰਾਨ ਹੀ ਮਤਲਬ ਜੋ ਨੌਦੀਪ ਫੈਕਟਰੀ ਦੇ ਅੰਦਰ ਜੌਬ ਕਰ ਰਹੀ ਸੀ ਤੇ ਫਿਲਹਾਲ ਉਹ ਮਜ਼ਦੂਰ ਅਧਿਕਾਰ ਸੰਗਠਨ ਵਿੱਚ ਵੀ ਐਕਟਿਵ ਸਦੱਸ ਜੋ ਮੈਂਬਰ ਹੈਗੀ ਆ, ਜੋ ਮਜ਼ਦੂਰਾਂ ਦੇ ਰਾਈਟਸ ਦੀ ਗੱਲ ਕਰ ਰਹੇ ਹੈਗੇ। ਅੱਛਾ, ਤੇ ਨਵਦੀਪ ਕੌਰ ਦੇ ਅਰੈਸਟ ਦਾ ਕਰੰਟ ਸਟੇਟਸ ਕੀ ਹੈ? ਉਹਨੂੰ 12 ਜਨਵਰੀ ਨੂੰ ਅਰੈਸਟ ਕੀਤਾ ਗਿਆ ਸੀ। ਜਿਵੇਂ ਬਹੁਤ ਸਾਰਾ ਮੀਡੀਆ ਵੀ ਹੁਣ ਬਹੁਤ ਸਾਰੀਆਂ ਚੀਜ਼ਾਂ ਕਵਰ ਕਰ ਰਿਹਾ ਹੈਗਾ। ਪਹਿਲਾਂ ਤਾਂ 12 ਜਨਵਰੀ ਨੂੰ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਸੀ, ਤਾਂ ਬਹੁਤ ਘੱਟ ਉਹਦੇ ਲਈ ਆਵਾਜ਼ ਉੱਠੀ। ਮਤਲਬ ਜੋ ਨਿਊਜ਼ ਵਿੱਚ ਜਾਂ ਕਿਤੇ ਵੀ ਉਹਦਾ ਜ਼ਿਕਰ ਨਹੀਂ ਸੀਗਾ। ਤੇ ਫਿਰ 12 ਜਨਵਰੀ ਨੂੰ ਜਦੋਂ ਉਹਨੂੰ ਅਰੈਸਟ ਕੀਤਾ ਗਿਆ, ਤਾਂ ਉਹਦੇ ਤੇ 2 FIR ਇੱਕ ਹੀ ਦਿਨ ਦੀਆਂ ਕੀਤੀਆਂ ਗਈਆਂ, ਜਿਹਦੇ ਵਿੱਚ 307 ਇਰਾਦਾ ਕਤਲ, 384 एक्सटॉर्शन और 379 भी ਲਗਾਈ ਗਈ, ਜੋ ਸਨੈਚਿੰਗ ਦਾ ਸੈਕਸ਼ਨ ਹੈਗਾ। ਤੇ ਉਹਦੇ ਵਿੱਚ ਬਾਕੀ ਹੋਰ ਬਹੁਤ ਸਾਰੀਆਂ ਧਾਰਾਵਾਂ ਨੇ, ਮਤਲਬ 12 ਤੋਂ 15 ਦੇ ਵਿੱਚ ਉਹਦੇ ਦੇ ਵਿੱਚ ਅਲੱਗ-ਅਲੱਗ ਦੋਨੋਂ FIR ਦੇ ਵਿੱਚ ਧਾਰਾਵਾਂ ਲਗਾਈਆਂ ਗਈਆਂ ਨੇ। ਤੇ ਉਹਦੇ ਵਿੱਚ ਹਜੇ ਤੱਕ 12 ਜਨਵਰੀ ਤੋਂ ਲੈ ਕੇ ਅੱਜ ਤੱਕ ਉਹ ਕਰਨਾਲ ਜੇਲ੍ਹ ਦੇ ਵਿੱਚ ਹੈ। ਤੇ ਉਹ ਮਜ਼ਦੂਰਾਂ ਦੇ ਰਾਈਟਸ ਦੀ ਹੀ ਗੱਲ ਕਰ ਰਹੇ ਸੀਗੇ। 27 ਨਵੰਬਰ ਤੋਂ ਜਦੋਂ ਤੋਂ ਇਹ ਅੰਦੋਲਨ ਚੱਲ ਰਿਹਾ ਹੈਗਾ, ਕਿਸਾਨਾਂ ਦਾ ਅੰਦੋਲਨ, ਪੰਜਾਬ ਇਹਦਾ ਸੈਂਟਰ ਰਿਹਾ ਸਾਰਿਆਂ ਨੂੰ ਪਹਿਲਾਂ ਤਾਂ। ਫਿਰ ਉਹ ਦਿੱਲੀ ਬਾਰਡਰ ਤੇ ਜਦੋਂ ਕਿਸਾਨ ਆਏ ਤੇ ਕਿਸਾਨ ਅੰਦੋਲਨ ਦਾ ਹਿੱਸਾ ਰਿਹਾ ਮਜ਼ਦੂਰ ਅਧਿਕਾਰ ਸੰਗਠਨ, ਤੇ ਨੌਦੀਪ ਵੀ, ਸ਼ਿਵ ਕੁਮਾਰ ਵੀ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰੈਜ਼ੀਡੈਂਟ ਹੈਗੇ ਆ। ਤਾਂ ਉਹਨਾਂ ਨੂੰ ਟਾਰਗੇਟ ਕਰਕੇ ਮਤਲਬ ਉਹਨਾਂ ਤੇ ਅਟੈਕ ਕੀਤਾ ਗਿਆ ਹੈਗਾ। ਤੇ ਉਹਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਿਆ, ਤੇ ਬਹੁਤ ਸਾਰੇ ਮਜ਼ਦੂਰਾਂ ਵਿੱਚ ਵੀ ਇਹ ਹੌਸਲਾ ਹੋਇਆ ਕਿ ਜਿਵੇਂ ਕਿਸਾਨ ਇਕੱਠਾ ਹੋ ਕੇ ਆਪਦੇ ਰਾਈਟਸ ਦੀ ਗੱਲ ਕਰ ਰਹੇ ਆ ਜਾਂ ਜਿਵੇਂ ਆਪਦੀਆਂ ਮੰਗਾਂ ਲਈ ਆਵਾਜ਼ ਉਠਾ ਰਹੇ ਹੈਗੇ, ਉਵੇਂ ਮਜ਼ਦੂਰ ਵੀ ਪ੍ਰੋਟੈਸਟ ਦੇ ਦਮ ਤੇ ਇਕੱਠਾ ਹੋ ਕੇ ਯੂਨਿਟੀ ਕਰਕੇ ਆਪਦੀਆਂ ਚੀਜ਼ਾਂ ਨੂੰ ਮਨਵਾ ਸਕਦੇ ਹੈਗੇ ਆ। ਉਹਨਾਂ ਦੇ ਉਹਨਾਂ ਦਾ ਮਤਲਬ ਬਹੁਤ ਇਲੀਗਲ ਤਰੀਕੇ ਨਾਲ ਜਿਹੜਾ ਉਹਨਾਂ ਦਾ ਸ਼ੋਸ਼ਣ ਚੱਲ ਰਿਹਾ ਹੈਗਾ, ਉਹਨੂੰ ਬੰਦ ਕਰਵਾਇਆ ਜਾ ਸਕਦਾ। ਤੇ ਉੱਥੇ ਮਤਲਬ ਇੱਕ ਬਸ ਮੈਂ ਜਾਣਕਾਰੀ ਲਈ, ਇੱਥੇ ਬਹੁਤ ਸਾਰੀ ਮੀਡੀਆ ਦੇ ਅੰਦਰ ਵੀ ਮੈਂ ਦੱਸਿਆ ਕਿ ਇੱਥੇ ਜਿਹੜਾ ਕੁੰਡਲੀ ਜਿੱਥੇ ਪ੍ਰੋਟੈਸਟ ਚੱਲ ਰਿਹਾ ਹੈਗਾ, ਉਹਦੇ ਆਸ-ਪਾਸ ਸਾਰਾ ਇੰਡਸਟਰੀ ਦਾ ਜਿਹੜਾ ਏਰੀਆ ਹੈਗਾ, ਉੱਥੇ ਕੋਈ ਵੀ ਲੇਬਰ ਲਾਅ ਲਾਗੂ ਨਹੀਂ ਹੁੰਦਾ। ਤੇ ਜੋ ਲਾਕਡਾਊਨ ਦੇ ਅੰਦਰ ਵੀ ਬਹੁਤ ਸਾਰੇ ਮਜ਼ਦੂਰਾਂ ਤੋਂ ਕੰਮ ਕਰਵਾ ਲਿਆ ਗਿਆ, ਪਰ ਉਹਨਾਂ ਨੂੰ ਪੇਮੈਂਟ ਨਹੀਂ ਦਿੱਤੀ ਗਈ, ਉਹਨਾਂ ਨੂੰ ਵੇਜਿਸ ਨਹੀਂ ਦਿੱਤੀਆਂ ਜਾ ਰਹੀਆਂ। ਤੇ ਉਹਦੇ ਲਈ ਹੀ ਉਹ ਪ੍ਰੋਟੈਸਟ ਕਰ ਰਹੇ ਸੀ, ਜਿਹਦੇ ਵਿੱਚ ਮਜ਼ਦੂਰ ਅਧਿਕਾਰ ਸੰਗਠਨ ਨੇ ਵੀ ਮਤਲਬ ਉਹਨਾਂ ਦੀ ਆਵਾਜ਼ ਬਣਿਆ, ਮਜ਼ਦੂਰ ਅਧਿਕਾਰ ਸੰਗਠਨ ਵੀ। ਤੇ ਬਹੁਤ ਸਾਰੀਆਂ ਫੈਕਟਰੀਆਂ ਦੇ ਜਿਹੜੇ ਮਜ਼ਦੂਰ ਸੀ, ਉਹਨਾਂ ਨੂੰ ਪੈਸੇ ਮਿਲੇ ਇਸ ਦੇ ਦੌਰਾਨ। ਮਤਲਬ ਇਹ ਇੱਕ ਉਦਾਹਰਨ ਵੀ ਹੈਗੀ ਆ ਵੀ ਕਿਵੇਂ ਲੋਕ ਇਕੱਠਾ ਹੁੰਦੇ ਨੇ ਤੇ ਉਹ ਆਪਦੀਆਂ ਸਟਰਗਲ ਦੇ ਦਮ ਤੇ ਬਹੁਤ ਸਾਰੀਆਂ ਚੀਜ਼ਾਂ ਮਨਵਾਉਂਦੇ ਨੇ, ਜੋ ਪਹਿਲਾਂ ਤੋਂ ਹੀ ਵੈਸੇ ਤਾਂ ਉਹਨਾਂ ਦਾ ਰਾਈਟ ਹੈਗਾ, ਪਰ ਫਿਰ ਵੀ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਆ ਉਹ ਚੀਜ਼ਾਂ ਲੈਣ ਵਾਸਤੇ ਵੀ। 300 ਤੋਂ ਵੀ ਵੱਧ ਮਜ਼ਦੂਰਾਂ ਦੇ ਪੈਸੇ ਦਿਵਾਏ ਮਜ਼ਦੂਰ ਅਧਿਕਾਰ ਸੰਗਠਨ ਨੇ, ਜਿਹਦੇ ਵਿੱਚ ਨੌਦੀਪ ਤੇ ਸ਼ਿਵ ਕੁਮਾਰ ਐਕਟਿਵ ਸੀਗੇ। ਤੇ ਉਹਦੇ ਕਰਕੇ ਹੀ ਉਹਦੀ ਕੰਟੀਨਿਊਟੀ ਵਿੱਚ ਹੀ ਇੱਕ ਹੋਰ ਪ੍ਰੋਟੈਸਟ ਸੀਗਾ 12 ਜਨਵਰੀ ਨੂੰ, ਜਦੋਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਪੁਲਿਸ ਨੇ ਆ ਕੇ ਉੱਥੇ ਮਤਲਬ ਸਿੱਧਾ ਹੱਥੋਂ-ਪਾਈ ਕੀਤੀ ਔਰ ਔਰਤਾਂ ਨਾਲ ਵੀ ਬਦਤਮੀਜ਼ੀ ਕੀਤੀ, ਮਤਲਬ ਬਹੁਤ ਜਿਹੜੇ ਐਕਟਿਵਿਸਟ ਸੀਗੇ ਉੱਥੇ। ਤੇ ਫਿਰ ਉੱਥੋਂ ਹੀ ਨੌਦੀਪ ਨੂੰ ਅਰੈਸਟ ਕੀਤਾ ਗਿਆ। ਫਿਰ 16 ਜਨਵਰੀ ਨੂੰ ਸ਼ਿਵ ਕੁਮਾਰ ਨੂੰ ਅਰੈਸਟ ਕੀਤਾ ਗਿਆ, ਜੋ ਕਿ ਉਸ ਪ੍ਰੋਟੈਸਟ ਵਿੱਚ ਵੀ ਨਹੀਂ ਸੀਗੇ।
ਤੇ ਉਹਦੇ ਵਿੱਚੋਂ ਹੁਣ ਮਤਲਬ ਦੋਨੋਂ ਜੋ ਅੱਜ ਦੀ ਖਬਰ ਵੀ ਹੈ ਕਿ ਜੋ ਇਸ ਕੇਸ ਵਿੱਚ 16 ਜਨਵਰੀ ਨੂੰ ਅਰੈਸਟ ਹੋਏ ਸ਼ਿਵ ਕੁਮਾਰ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰੈਜ਼ੀਡੈਂਟ ਨੇ, ਉਹ ਉਸ ਦਿਨ ਪ੍ਰੋਟੈਸਟ ਦੇ ਅੰਦਰ ਵੀ ਨਹੀਂ ਹੈਗੇ ਸੀਗੇ ਤੇ ਉਹਨਾਂ ਦੀ ਇੰਨਾ ਜ਼ਿਆਦਾ ਇੰਜਰੀਜ਼ ਨੇ, ਬਹੁਤ ਲੰਬੇ ਟਾਈਮ ਤੱਕ ਕਿਸੇ ਵੀ ਵਕੀਲ ਨੂੰ, ਕਿਸੇ ਫੈਮਿਲੀ ਮੈਂਬਰ ਨੂੰ ਮਿਲਣ ਨਹੀਂ ਦਿੱਤਾ ਗਿਆ, ਸ਼ਿਵ ਕੁਮਾਰ ਨੂੰ ਵੀ। ਤੇ ਹੁਣ ਉਹਦੇ ਬਹੁਤ ਸਾਰੇ ਇੰਜਰੀਜ਼ ਨੇ, ਪੈਰਾਂ ਤੇ ਉਂਗਲਾਂ ਤੇ ਇੰਜਰੀਜ਼ ਹੈਗੀਆਂ ਨੇ ਤੇ ਫ੍ਰੈਕਚਰ ਹੈਗੇ ਨੇ, ਜੋ ਪੈਰ ਦੀ ਹੱਡੀ ਫ੍ਰੈਕਚਰ ਹੈਗੀ ਆ, ਹੱਥਾਂ ਦੀਆਂ ਉਂਗਲਾਂ ਫ੍ਰੈਕਚਰ ਨੇ ਔਰ ਬਹੁਤ ਸਾਰੀਆਂ ਹੋਰ ਉਹਦੇ ਚੋਟਾਂ ਨੇ। ਮਤਲਬ ਬਹੁਤ ਬੁਰੀ ਤਰੀਕੇ ਨਾਲ ਉਹਨੂੰ ਟੌਰਚਰ ਕੀਤਾ ਗਿਆ, 3rd ਡਿਗਰੀ ਟੌਰਚਰ ਉਹਦੇ ਤੇ ਕੀਤਾ ਗਿਆ, ਜੋ ਉਹ ਵੀ ਮਤਲਬ ਬਿਨਾਂ ਕਿਸੇ ਜ਼ੁਰਮ ਦੇ ਉਹਨਾਂ ਨੂੰ ਅੰਦਰ ਰੱਖਿਆ ਹੋਇਆ। ਤੇ ਅੱਜ ਮਤਲਬ ਇੰਨੇ ਦਿਨ ਹੋ ਗਏ, 2 ਫਰਵਰੀ ਨੂੰ ਰਿਜੈਕਟ ਕੀਤੀ ਗਈ ਬੇਲ ਨੌਦੀਪ ਦੀ ਸੈਸ਼ਨ ਕੋਰਟ ਦੇ ਅੰਦਰੋਂ। ਫਿਰ ਅਸੀਂ ਹਾਈ ਕੋਰਟ ਦੇ ਅੰਦਰ ਮੂਵ ਕੀਤਾ। ਉਸ ਤੋਂ ਬਾਅਦ 22 ਤਰੀਕ ਦੀ ਵੀ ਡੇਟ ਸੀਗੀ, ਜਿਹੜੀ ਪਿਛਲੀ 22 ਫਰਵਰੀ ਹੈਗੀ ਆ, ਉਹਦੇ ਤੋਂ ਐਕਸਟੈਂਡ ਕਰਕੇ 24 ਫਰਵਰੀ ਦੀ ਡੇਟ ਰੱਖੀ ਗਈ ਕਿ ਬੇਲ ਤੇ ਸੁਣਵਾਈ ਹੋਏਗੀ। ਫਿਰ ਹੁਣ 26 ਫਰਵਰੀ ਦੀ ਡੇਟ ਰੱਖੀ ਗਈ ਹੈਗੀ ਆ। ਇਸ ਦੇ ਦੌਰਾਨ ਪੁਲਿਸ ਜੋ ਰਿਪੋਰਟ ਵੀ ਪ੍ਰੈਜ਼ੈਂਟ ਨਹੀਂ ਕਰ ਰਹੀ, ਜਿਹਦੇ ਕਰਕੇ ਡਿਲੇ ਹੋ ਰਿਹਾ ਸਾਰਾ ਮਸਲਾ, ਤੇ ਉਹਨਾਂ ਨੂੰ ਉਹੀ ਸਜ਼ਾ ਮਿਲ ਰਹੀ ਹੈ ਜਿਹੜਾ ਕੁਛ ਉਹਨਾਂ ਨੇ, ਜਿਹੜਾ ਕੋਈ ਮਤਲਬ ਜਿਨ੍ਹਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਉਹਨਾਂ ਨੂੰ ਮਤਲਬ ਜੇਲ੍ਹ ਦੇ ਅੰਦਰ ਰੱਖਿਆ ਹੋਇਆ। ਔਰ ਸ਼ਿਵ ਕੁਮਾਰ ਦੇ ਲਈ ਕੱਲ ਹੀ ਆਰਡਰ ਹੋਇਆ ਕਿ ਉਹਨਾਂ ਨੂੰ ਹਸਪੀਟਲ ਵਿੱਚ ਤੁਰੰਤ ਐਡਮਿਟ ਕਰਵਾਇਆ ਜਾਵੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅੰਦਰੋਂ ਆਰਡਰ ਹੋਇਆ, ਫਿਰ ਵੀ ਉਹਨੂੰ ਫੋਲੋ ਨਹੀਂ ਕੀਤਾ ਗਿਆ। ਅੱਜ ਸਾਨੂੰ ਨਿਊਜ਼ ਮਿਲੀ ਕਿ ਸੁਬਾਹ ਉਹਨੂੰ ਚੰਡੀਗੜ੍ਹ ਹਸਪੀਟਲ ਵਿੱਚ ਐਡਮਿਟ ਕਰਵਾਉਣ ਦਾ ਆਰਡਰ ਸੀ। ਚੰਡੀਗੜ੍ਹ ਹਸਪੀਟਲ ਲੈ ਕੇ ਆਇਆ ਗਿਆ, ਸਿਰਫ ਉਹਦੇ ਫ੍ਰੈਕਚਰ ਸੀਗੇ, ਉੱਥੇ ਪਲਾਸਟਰ ਕੀਤੇ ਗਏ ਔਰ ਫਿਰ ਤੋਂ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ, ਜਦੋਂ ਕਿ ਕੋਰਟ ਦਾ ਆਰਡਰ ਇਹ ਸੀਗਾ ਕਿ ਉਹਨੂੰ ਹਸਪੀਟਲ ਵਿੱਚ ਰੱਖਿਆ ਜਾਵੇ, ਉਹਦੀ ਜਿਹੜੀ ਸਿਚੁਏਸ਼ਨ ਨੂੰ, ਹੈਲਥ ਕੰਡੀਸ਼ਨ ਨੂੰ ਦੇਖਦੇ ਹੋਏ। ਪਰ ਪੁਲਿਸ ਪ੍ਰਸ਼ਾਸਨ ਤੇ ਕਿਵੇਂ ਇਹ ਸਾਰਾ ਚੀਜ਼ ਚੱਲ ਰਿਹਾ ਹੈਗਾ, ਉਹ ਮਤਲਬ ਬਹੁਤ ਹੈਰਾਨੀਜਨਕ ਵੀ ਨਹੀਂ ਹੈਗਾ, ਕਿਉਂਕਿ ਲਗਾਤਾਰ ਇੰਡੀਆ ਦੇ ਅੰਦਰ ਇਹੀ ਸਾਰਾ ਕੁਝ ਚੱਲ ਰਿਹਾ ਹੈ ਇਸ ਟਾਈਮ ਤੇ। ਜੋ ਵੀ ਬੋਲਦਾ, ਜੋ ਵੀ ਕਿਸੇ ਵੀ ਚੀਜ਼ ਨਾਲ ਲਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਦਬਾਉਣ ਦੇ ਲਈ ਸਰਕਾਰ ਜਿਹੜੀ ਹੈ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ। ਫਿਲਹਾਲ ਕੱਲ 26 ਜਨਵਰੀ ਨੂੰ ਨੌਦੀਪ ਦੀ ਬੇਲ ਦੇ ਲਈ ਹੀਅਰਿੰਗ ਹੈ ਕੋਰਟ ਦੇ ਅੰਦਰ। ਤੇ ਮਤਲਬ ਪਹਿਲਾਂ ਵੀ ਸਾਨੂੰ ਲਗਾਤਾਰ ਮਤਲਬ ਜਿਸ ਤਰੀਕੇ ਨਾਲ ਮੀਡੀਆ ਦੇ ਅੰਦਰ, ਲੋਕਾਂ ਦੇ ਅੰਦਰ ਬਹੁਤ ਐਕਸਪੋਜ਼ ਹੋਈ ਹੈ ਗਵਰਨਮੈਂਟ ਵੀ, ਹਰਿਆਣਾ ਪੁਲਿਸ ਵੀ, ਤੇ ਓਵਰਆਲ ਹੀ ਦਿੱਲੀ ਪੁਲਿਸ ਨੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਇਹਦੇ ਵਿੱਚ ਅਰੈਸਟ ਕੀਤਾ ਹੋਇਆ, ਜਿਹੜੇ ਜੇਲ੍ਹਾਂ ਦੇ ਵਿੱਚ ਨੇ। ਤੇ ਉਹ ਵੀ ਲਗਾਤਾਰ ਉਹਨਾਂ ਲਈ ਵੀ ਲੜਾਈ ਲੜੀ ਜਾ ਰਹੀ ਹੈ ਤੇ ਇਹਦੇ ਲਈ ਵੀ ਜਾਰੀ ਹੈਗੀ ਆ। ਤੇ ਇਹਦੇ ਲਈ ਵੀ ਕੱਲ ਪ੍ਰੋਟੈਸਟ ਕਰ ਰਹੇ ਹੈਗੇ ਆ ਕਿ ਅਸੀਂ ਜੋ ਆਰਡਰ ਹੋਇਆ, ਕੋਰਟ ਦੇ ਆਰਡਰ ਨੂੰ ਵੀ ਨਹੀਂ ਮੰਨਿਆ ਜਾ ਰਿਹਾ ਕਿ ਜਿਨ੍ਹਾਂ ਤੇ ਟੌਰਚਰ ਹੋਇਆ ਉਹਨਾਂ ਨੂੰ ਸਹੀ ਟ੍ਰੀਟਮੈਂਟ ਤੱਕ ਮਿਲੇ, ਉਹ ਵੀ ਨਹੀਂ ਹੋ ਰਿਹਾ। ਤੇ ਉਹਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਦੇਖੋ ਕਿ ਕੱਲ ਜੋ ਬੇਲ ਦੇ ਲਈ ਕੀ ਆਰਡਰ ਹੁੰਦਾ ਹੈ ਜਾਂ ਫਿਰ ਐਕਸਟੈਂਡ ਕਰ ਦਿੱਤੀ ਜਾਂਦੀ ਹੈ, ਕੁਝ ਕਹਿ ਨਹੀਂ ਜਾ ਸਕਦਾ ਫਿਲਹਾਲ। Sangat ji, if you have any questions, please feel free to put them in the question box. And if anyone wants to get on voice and ask Penji a question, please do that. ਹਜੇ ਤਾਂ ਅਸੀਂ ਮਤਲਬ ਮੈਂ ਬਸ ਇਨਫੋਰਮੇਸ਼ਨ ਲਈ ਹੀ ਦੱਸ ਰਹੀ ਹੈਗੀ ਆ ਕਿ ਹੋਰ ਵੀ ਬਹੁਤ ਸਾਰੇ ਜਣੇ ਨੇ ਜਿਹੜੇ ਇਹਦੇ ਵਿੱਚ ਜੋ 3 FIR ਕੀਤੀਆਂ ਗਈਆਂ ਨੌਦੀਪ ਤੇ ਔਰ ਸ਼ਿਵ ਕੁਮਾਰ ਤੇ, ਜੋ 28 ਦਸੰਬਰ ਨੂੰ ਵੀ ਜੋ FIR ਕੀਤੀ ਗਈ, ਸਾਨੂੰ ਪਤਾ ਤੱਕ ਨਹੀਂ ਸੀਗਾ ਕਿ ਉਹਦੇ ਤੇ FIR ਵੀ ਹੈ ਕੋਈ। 28 ਦਸੰਬਰ ਨੂੰ ਜਦੋਂ ਪ੍ਰੋਟੈਸਟ ਕਰ ਰਹੇ ਸੀਗੇ ਮਜ਼ਦੂਰ, ਉਦੋਂ ਉਹਨਾਂ ਤੇ ਗੋਲੀ ਚਲਾਈ ਗਈ, ਜੋ ਪ੍ਰਾਈਵੇਟ ਆਰਮੀ ਹੈਗੀ ਆ ਕੰਪਨੀਜ਼ ਦੀ, ਪਰ ਉਹਨਾਂ ਤੇ ਅੱਜ ਤੱਕ ਕੋਈ FIR ਨਹੀਂ ਕੀਤੀ ਗਈ। ਮਤਲਬ ਹਾਲਾਂਕਿ ਜੋ ਮਜ਼ਦੂਰ ਸੀ ਜਾਂ ਨੌਦੀਪ ਸੀਗੇ ਜਾਂ ਮਜ਼ਦੂਰ ਅਧਿਕਾਰ ਸੰਗਠਨ ਦੇ ਜਿੰਨੇ ਐਕਟਿਵਿਸਟ ਸੀਗੇ, ਉਹ ਮੰਗ ਕਰ ਰਹੇ ਸੀਗੇ ਕਿ ਜੋ ਜਿਨ੍ਹਾਂ ਨੇ ਗੋਲੀ ਚਲਾਈ ਮਜ਼ਦੂਰਾਂ ਤੇ, ਉਹਨਾਂ ਦੇ ਉੱਤੇ FIR ਕੀਤੀ ਜਾਵੇ। ਪਰ ਕਿਸ ਤਰੀਕੇ ਨਾਲ ਇਹ ਉਲਟਾ ਹੋ ਰਿਹਾ, ਇਹ ਇੱਕ ਪੈਟਰਨ ਬਣਿਆ ਹੋਇਆ ਇੰਡੀਆ ਦੇ ਅੰਦਰ ਕਿ ਜੋ ਵਾਇਲੈਂਸ ਕਰੂਗਾ, ਜੋ ਲੋਕਾਂ ਤੇ ਜ਼ੁਲਮ ਕਰੂਗਾ, ਉਹਨਾਂ ਤੇ ਕੋਈ FIR ਨਹੀਂ, ਕੋਈ ਸੁਣਵਾਈ ਨਹੀਂ। ਪਰ ਜੋ ਆਵਾਜ਼ ਉਠਾ ਰਹੇ ਨੇ ਉਸ ਜ਼ੁਲਮ ਦੇ ਵਿਰੁੱਧ, ਉਹਨਾਂ ਤੇ FIR ਨੇ, ਉਹਨਾਂ ਤੇ ਮੁਕੱਦਮੇ ਨੇ, ਉਹਨਾਂ ਨੂੰ ਹੀ ਜੇਲਾਂ ਭੁਗਤਣੇ ਪੈਂਦੇ, ਉਹਨਾਂ ਨੂੰ ਟੌਰਚਰ ਸਹਿਣਾ ਪੈਂਦਾ ਹੈਗਾ। ਹਾਂਜੀ Penji, there's a question. ਇੰਟਰਨੈਸ਼ਨਲ ਮੀਡੀਆ ਦਾ ਜਿਹੜਾ ਅਟੈਂਸ਼ਨ ਮਿਲ ਰਿਹਾ ਹੈ ਨੌਦੀਪ ਦੇ ਕੇਸ ਨੂੰ, ਉਹਦੇ ਨਾਲ ਕੀ ਇਫੈਕਟ ਪੈ ਰਿਹਾ ਕੇਸ ਤੇ? ਲਾਈਕ ਇਜ਼ ਇਟ ਹੈਲਪਿੰਗ?
ਹਾਂਜੀ, ਇੱਕ ਮਤਲਬ ਲੋਕਾਂ ਦੇ ਅੰਦਰ ਇੰਟਰਨੈਸ਼ਨਲ ਲੈਵਲ ਤੇ ਇੱਕ ਗੱਲ ਤਾਂ ਗਈ ਹੈਗੀ ਹੈ ਕਿ ਜੋ ਇਹ ਹੋਇਆ ਇੱਕ ਖਾਸ ਕਮਿਊਨਿਟੀ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈਗਾ ਲਗਾਤਾਰ। ਮਤਲਬ ਜਿਵੇਂ ਆਪਾਂ ਦੇਖਾਂਗੇ ਕਿ ਬਹੁਤ ਸਾਰੇ ਜਣੇ ਨੇ ਇਸ ਟਾਈਮ ਤੇ ਜਿਹੜੇ ਜੇਲ੍ਹ ਦੇ ਅੰਦਰ ਨੇ, ਬਹੁਤ ਤਰੀਕੇ ਦੇ ਸੈਡੀਸ਼ਨ, UAPA, ਅਲੱਗ-ਅਲੱਗ ਦੇਸ਼ ਧਰੋਹ ਦੇ ਮੁਕੱਦਮੇ ਬਣਾਏ ਜਾ ਰਹੇ ਨੇ, ਜੋ ਕਿ ਬਣਦੇ ਹੀ ਨਹੀਂ, ਜਿਹਦੇ ਕੋਈ ਸੈਂਸ ਹੀ ਨਹੀਂ ਹੈ, ਗਰਾਊਂਡ ਹੀ ਨਹੀਂ ਹੈ। ਤੇ ਪਰ ਜਦੋਂ ਇੰਟਰਨੈਸ਼ਨਲੀ ਆਵਾਜ਼ ਉੱਠਦੀ ਹੈ ਤਾਂ ਉਹਦਾ ਅਸਰ ਤਾਂ ਪੈਂਦਾ। ਇੰਡੀਆ ਦੀ ਗਵਰਨਮੈਂਟ ਤੇ ਵੀ ਅਸਰ ਹੁੰਦਾ ਹੈ ਤੇ ਬਹੁਤ ਸਾਰੇ ਪੋਲੀਟੀਕਲ ਗਰੁੱਪਸ ਤੇ ਵੀ ਅਸਰ ਹੁੰਦਾ ਹੈ ਕਿ ਇਹ ਚੀਜ਼ ਜਿਹੜਾ ਗਲਤ ਹੋਈ ਹੈ। ਜਦੋਂ ਮਤਲਬ ਜੋ ਅਮਰੀਕਾ ਦੇ ਜੋ ਉਪ ਰਾਸ਼ਟਰਪਤੀ ਨੇ, ਕਮਲਾ ਹੈਰਿਸ, ਉਹਨਾਂ ਦੇ ਜੋ ਅ, ਅ, ਭਾਂਜੀ ਭਤੀਜੀ ਨੇ ਜਦੋਂ ਆਵਾਜ਼ ਉਠਾਈ, ਮੀਨਾ ਹੈਰਿਸ ਨੇ, ਤਾਂ ਉਸ ਤੋਂ ਬਾਅਦ ਮੀਡੀਆ ਨੇ ਬਹੁਤ ਸਾਰਾ ਕਵਰ ਕਰਨਾ ਸ਼ੁਰੂ ਕੀਤਾ। ਇੰਡੀਆ ਦੇ ਮੀਡੀਆ ਨੇ ਵੀ, ਫਿਰ ਲੋਕਾਂ ਨੇ ਵੀ ਇਹ ਸਾਰਾ ਚੀਜ਼ ਟਵਿੱਟਰ ਤੇ ਜਾਂ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਇਹ ਚੱਲਿਆ, ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਨੋਟਿਸ ਲਿਆ, ਬਹੁਤ ਸਾਰੇ ਲੋਕਾਂ ਨੇ ਸਪੋਰਟ ਕਰਨਾ ਸ਼ੁਰੂ ਕੀਤਾ। ਬਟ ਮੈਂ ਜਿਵੇਂ ਇਹ ਸਾਰੀ ਅਸੀਂ ਚੀਜ਼ਾਂ ਸਮਝ ਰਹੇ ਹਾਂ ਕਿ ਬਹੁਤ ਨਿਰਾਸ਼ਾ ਦੀ ਸਥਿਤੀ ਹੈਗੀ ਆ ਜਦੋਂ ਕਿਸੇ ਹੋਰ ਦੇਸ਼ ਦੇ ਉਪ ਰਾਸ਼ਟਰਪਤੀ ਦੇ ਕੋਈ ਰਿਸ਼ਤੇਦਾਰ ਟਵੀਟ ਕਰਦੇ ਆ ਜਾਂ ਕਿਸੇ ਤਰੀਕੇ ਨਾਲ ਆਵਾਜ਼ ਉਠਾਉਂਦੇ ਆ, ਉਦੋਂ ਸਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਹਾਂ, ਇਹ ਚੀਜ਼ਾਂ ਗਲਤ ਹੋ ਰਹੀਆਂ ਨੇ। ਪਰ ਬਹੁਤ ਸਾਰੇ ਜਣੇ ਨੇ ਜਿਹੜੇ ਜੇਲ੍ਹਾਂ ਦੇ ਅੰਦਰ ਨੇ, ਹੁਣ ਜਦੋਂ 9 ਦੀ 15 ਹੈਗੀ ਆ, ਉਹ ਸਾਨੂੰ ਦੱਸਦੀ ਹੈ ਕਿ ਕਿਵੇਂ ਇੱਕ ਬੁਟਾਨਾ ਰੇਪ ਕੇਸ ਦੀ ਜੋ ਕਸਟੋਡੀਅਲ ਰੇਪ ਕੇਸ ਹੋਇਆ, 11-12 ਪੁਲਿਸ ਕਰਮੀਆਂ ਵੱਲੋਂ ਦੋ ਸਿਸਟਰਸ ਦਾ ਕਸਟਡੀ ਦੇ ਅੰਦਰ, ਪੁਲਿਸ ਕਸਟਡੀ ਦੇ ਅੰਦਰ ਰੇਪ ਹੁੰਦਾ, ਬਹੁਤ ਬਰੂਟਲ ਰੇਪ ਹੁੰਦਾ, ਜਿਹਦੇ ਵਿੱਚ ਉਹਨਾਂ ਨੂੰ ਕੋਈ ਮੈਡੀਕਲ ਫੈਸਿਲਿਟੀ ਨਹੀਂ ਪ੍ਰੋਵਾਈਡ ਕੀਤੀ ਜਾਂਦੀ। ਹਾਂ, ਉਲਟਾ ਉਹਨਾਂ ਨੂੰ ਹੀ ਕਤਲ ਦੇ ਕੇਸ ਵਿੱਚ ਅੰਦਰ ਕਰਨਾਲ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ। ਜੋ ਹੁਣ ਨੌਦੀਪ ਦੇ ਨਾਲ ਵੀ ਕੰਟੈਕਟ ਵਿੱਚ ਹੈਗੇ ਨੇ, ਉਹਨਾਂ ਲਈ ਮਤਲਬ ਇਹ ਪਤਾ ਨਹੀਂ ਸੀ। ਨੌਦੀਪ ਜਦੋਂ ਉਹਨਾਂ ਦੇ ਲਈ ਇਹ ਹੋ ਰਿਹਾ ਸੀਗਾ ਹਰਿਆਣਾ ਦੇ ਅੰਦਰ, ਜਦੋਂ ਇਹ ਸਾਰਾ ਕੇਸ ਹੋਇਆ ਕਸਟੋਡੀਅਲ ਰੇਪ ਕੇਸ ਵਾਲਾ, ਗੈਂਗ ਰੇਪ ਵਾਲਾ, ਤਾਂ ਨੌਦੀਪ ਉਸ ਪ੍ਰੋਟੈਸਟ ਵਿੱਚ ਸੀ। ਪਰ ਮਤਲਬ ਮੈਂ ਇਹੀ ਸੋਚ ਰਹੀ ਸੀਗੀ ਕਿ ਉਹਨੂੰ ਨਹੀਂ ਪਤਾ ਸੀਗਾ ਕਿ ਮੈਂ ਉਹਨੂੰ ਜੇਲ੍ਹ ਦੇ ਅੰਦਰ ਜਾ ਕੇ ਮਿਲਣਾ, ਉਸ ਰੇਪ ਵਿਕਟਿਮ ਨੂੰ। ਇਹ ਹਾਲਤ ਹੈ ਸਾਡੇ ਦੇਸ਼ ਦੀ। ਤੇ ਉਹਦੇ ਲਈ ਜਦੋਂ ਹੁਣ ਨੌਦੀਪ ਜਦੋਂ ਇੰਟਰਨੈਸ਼ਨਲੀ ਉਹਦੇ ਲਈ ਆਵਾਜ਼ ਉੱਠੀ ਆ, ਤੇ ਅਸੀਂ ਚਾਹਾਂਗੇ ਕਿ ਨੌਦੀਪ ਦੀ ਆਵਾਜ਼ ਵੀ ਜਦੋਂ ਉਹ ਬਾਹਰ ਆਏਗੀ ਤਾਂ ਉਹ ਇਹਨਾਂ ਸਾਰੇ ਕੇਸਿਸ ਤੇ ਬੋਲੇਗੀ, ਆਵਾਜ਼ ਰੱਖੇਗੀ, ਕਿਉਂਕਿ ਹਮੇਸ਼ਾ ਉਹਨੇ ਲੋਕਾਂ ਦੇ ਲਈ ਬੋਲਿਆ। ਤੇ ਜਦੋਂ ਕਿਸਾਨਾਂ ਦੇ ਅੰਦੋਲਨ ਲਈ ਵੀ ਉਹਨੇ ਆਵਾਜ਼ ਉਠਾਈ, ਮਜ਼ਦੂਰਾਂ ਦੇ ਵੇਤਨ ਲਈ ਵੀ, ਜੋ ਉਹਨਾਂ ਦੀਆਂ ਵੇਜਿਸ ਆ ਉਹਦੇ ਲਈ ਆਵਾਜ਼ ਉਠਾਈ। ਹੁਣ ਜਿਹੜਾ ਕੁਛ ਉਹਨੇ ਜੇਲ੍ਹ ਦੇ ਵਿੱਚ ਫੇਸ ਕੀਤਾ, ਜੇਲ੍ਹ ਵਿੱਚ ਜਿੰਨੇ ਲੋਕਾਂ ਨੂੰ ਅੰਦਰ ਬੰਦ ਕੀਤਾ ਹੋਇਆ, ਉਹਨਾਂ ਤੇ ਕੀ ਕੇਸ ਨੇ, ਉਹਨਾਂ ਦਾ ਹੀ ਰੇਪ ਕਰਕੇ ਉਹਨਾਂ ਨੂੰ ਕੇਸ ਅੰਦਰ ਬੰਦ ਕਰ ਦਿੱਤਾ ਜਾਂਦਾ, ਉਹ ਸਾਰੀ ਉਹ ਬਾਹਰ ਆ ਕੇ ਗੱਲ ਰੱਖੂਗੀ, ਜਿਹਦੇ ਤੇ ਅਸੀਂ ਚਾਹਾਂਗੇ ਕਿ ਉਹਦੇ ਤੇ ਅਸੀਂ ਵੀ ਕੁਛ ਨਾ ਕੁਛ ਕਰੀਏ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ। ਤੇ ਭੈਣ ਜੀ, ਤੁਹਾਨੂੰ ਕਿਸੇ ਪੋਲੀਟੀਸ਼ੀਅਨ ਨੇ, ਕੋਈ ਵੀ ਪੋਲੀਟੀਸ਼ੀਅਨ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨੌਦੀਪ ਦੇ ਕੇਸ ਲਈ? ਹਾਂਜੀ, ਬਹੁਤ ਸਾਰੇ ਪੋਲੀਟੀਕਲ ਗਰੁੱਪਸ ਨੇ ਜੋ ਇਹਦੇ ਵਿੱਚ ਲਗਾਤਾਰ ਕੰਟੈਕਟ ਕਰ ਰਹੇ ਹੈਗੇ ਆ। ਤਾਂ ਮਤਲਬ ਉਹਨਾਂ ਦੇ ਆਪਦੇ ਮੋਟਿਵ ਹੋ ਸਕਦੇ ਆ, ਬਟ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰਿਆਂ ਦਾ ਸਾਂਝਾ ਮਸਲਾ ਹੈ। ਜਦੋਂ ਮਤਲਬ ਬੇਸਿਕ ਹਿਊਮਨ ਰਾਈਟਸ ਨੂੰ ਵੀ ਵਾਇਲੇਟ ਕਰ ਦਿੱਤਾ ਜਾਵੇ, ਫਿਰ ਸਾਰੇ ਹੀ ਜਿੰਨੇ ਵੀ ਵਰਲਡ ਦੇ ਅੰਦਰ ਜਿੰਨੇ ਵੀ ਲੋਕ ਨੇ, ਉਹਨਾਂ ਨੂੰ ਵੀ ਖਤਰਾ ਮਹਿਸੂਸ ਹੋਣਾ ਚਾਹੀਦਾ ਕਿ ਇੱਕ ਜੋ ਬੇਸਿਕ ਰਾਈਟ ਨੇ ਉਹਨਾਂ ਦੀ ਵਾਇਲੇਸ਼ਨ ਹੋ ਰਹੀ ਹੈ, ਤੇ ਆਪਾਂ ਨੂੰ ਖੜਾ ਹੋਣਾ ਚਾਹੀਦਾ, ਭਾਵੇਂ ਕਿਸੇ ਵੀ ਦੇਸ਼ ਵਿੱਚ ਰਹਿ ਰਹੀ ਹੋਈਏ। ਤੇ ਉਹਦੇ ਲਈ ਜੋ ਬਹੁਤ ਸਾਰੀ ਪੋਲੀਟੀਕਲ ਪਾਰਟੀਆਂ ਬੋਲ ਵੀ ਰਹੀਆਂ ਨੇ, ਕਿਸੇ ਵੀ ਕੰਸਰਨ ਨਾਲ ਬੋਲ ਰਹੇ ਨੇ ਫਿਲਹਾਲ। ਭੀਮ ਆਰਮੀ ਵੀ ਜੋ ਕਰਨਾਲ ਜੇਲ੍ਹ ਵੀ ਵਿਜ਼ਿਟ ਕੀਤਾ, ਆਮ ਆਦਮੀ ਪਾਰਟੀ ਨੇ ਵੀ ਵਿਜ਼ਿਟ ਕੀਤਾ, ਈਵਨ ਕਿ ਕਾਂਗਰਸ ਵੀ ਕੰਟੈਕਟ ਕਰ ਰਹੀ ਹੈਗੀ ਆ। ਹਾਲਾਂਕਿ ਬਹੁਤ ਜ਼ਿਆਦਾ ਕਿਵੇਂ ਉਹ ਲੋਕਾਂ ਦੇ ਅੰਦਰ ਜਾ ਕੇ ਸਪੋਰਟ ਕਰ ਰਹੇ ਹੈ, ਉਹਨਾਂ ਤੇ ਤਾਂ ਮਤਲਬ ਸਾਨੂੰ ਕਿਸੇ ਪੋਲੀਟੀਕਲ ਪਾਰਟੀ ਤੋਂ ਕੋਈ ਉਮੀਦ ਨਹੀਂ ਹੈ। ਲੋਕਾਂ ਤੋਂ ਹੀ ਉਮੀਦ ਹੈ ਕਿ ਲੋਕ, ਇਸ ਲਈ ਲੋਕ ਸੰਘਰਸ਼ ਦਾ ਰਸਤਾ ਵੀ ਚੁਣਿਆ ਕਿ ਲੋਕ ਹੀ ਹੁੰਦੇ ਨੇ ਜਿਹੜੇ ਅਸਲ ਵਿੱਚ ਸਾਰਾ ਦਮਨ ਵੀ ਝੱਲਦੇ ਆ, ਤੇ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਮੂਰਖ ਵੀ ਬਣਾ ਜਾਂਦੇ ਆ ਵੋਟਾਂ ਲੈ ਕੇ। ਜਦੋਂ ਵੱਡੇ ਲੀਡਰ ਬਣ ਜਾਂਦੇ ਉਹਨਾਂ ਨੂੰ ਮਤਲਬ ਕੋਈ ਉਹਨਾਂ ਦਾ ਵਾਸਤਾ ਵੀ ਨਹੀਂ ਰਹਿੰਦਾ ਕਿ ਲੋਕ ਕੀ ਫੇਸ ਕਰ ਰਹੇ ਹੈਗੇ ਆ। ਤੇ ਅਸੀਂ ਐਜ਼ ਅ ਕਮਿਊਨਿਟੀ ਕੀ ਕਰ ਸਕਦੇ ਹਾਂ ਹੋਰ ਹੈਲਪ, ਜਿਵੇਂ ਹੋਰ ਅਵੇਅਰਨੈਸ ਵਧਾਉਣ ਲਈ ਤੇ ਹੋਰ ਹੈਲਪ ਕਰਨ ਲਈ? ਹੈਲੋ। ਭੈਣ ਜੀ, ਕੈਨ ਯੂ ਹੀਅਰ ਮੀ?
ਹਾਂਜੀ, ਹਾਂਜੀ। ਤੁਸੀਂ ਰਿਪੀਟ ਕਰ ਸਕਦੇ ਹੋ ਕਿ ਕੁਐਸਚਨ? ਹਾਂਜੀ, ਹਾਂਜੀ। ਤੇ ਕੁਐਸਚਨ ਸੀਗਾ ਕਿ ਅਸੀਂ ਐਜ਼ ਅ ਕਮਿਊਨਿਟੀ ਕੀ ਕਰ ਸਕਦੇ ਆ ਨੌਦੀਪ ਦੇ ਕੇਸ ਲਈ ਤੇ ਹੋਰ ਬਾਕੀ ਸਭ ਕੇਸਿਸ ਲਈ ਵੀ ਅਵੇਅਰਨੈਸ ਵਧਾਉਣ ਲਈ? ਹਾਂ, ਮੈਨੂੰ ਇਹ ਲੱਗਦਾ ਹੈ ਕਿ ਹਾਂਜੀ, ਤੇ your voice got cut. Is there anything we can do to raise more awareness about Nodeep's cases and all the other cases that are going on right now? ਅਹ, ਮੈਂ ਇਹੀ ਕਹਿਣਾ ਚਾਹ ਰਹੀ ਹਾਂ ਕਿ ਜੋ ਜਿਸ ਲਈ ਨੌਦੀਪ ਔਰ ਸ਼ਿਵ ਕੁਮਾਰ ਆਵਾਜ਼ ਉਠਾ ਰਹੇ ਸੀ ਉਹਨਾਂ ਦਾ ਜਿਹੜਾ ਸੰਗਠਨ ਹੈਗਾ ਮਜ਼ਦੂਰ ਅਧਿਕਾਰ ਸੰਗਠਨ, ਜਿਸ ਚੀਜ਼ ਲਈ ਆਵਾਜ਼ ਉਠਾ ਰਿਹਾ ਸੀਗਾ, ਅਸੀਂ ਵੀ ਉਸ ਆਵਾਜ਼ ਨੂੰ ਹੋਰ ਮਜ਼ਬੂਤ ਕਰੀਏ। ਇਹੀ ਸ਼ਾਇਦ ਨੌਦੀਪ ਤੇ ਸ਼ਿਵ ਕੁਮਾਰ ਦੇ ਲਈ ਸੰਘਰਸ਼ ਹੋਏਗਾ, ਇਹੀ ਉਹਨਾਂ ਦੇ ਲਈ ਨਿਆਂ ਹੋਏਗਾ, ਕਿਉਂਕਿ ਉਹਨਾਂ ਨੂੰ ਅਟੈਕ ਕੀਤਾ ਗਿਆ, ਉਹਨਾਂ ਨੂੰ ਟਾਰਗੇਟ ਹੀ ਉਸ ਲਈ ਜੋ ਮਜ਼ਦੂਰਾਂ ਦੀਆਂ ਮੰਗਾਂ ਨੇ ਕਿ ਉਹਨਾਂ ਦੀ ਲੁੱਟ ਬੰਦ ਕੀਤੀ ਜਾਵੇ, ਕਿਸਾਨਾਂ ਦੇ ਖਿਲਾਫ ਜੋ ਕਿਸਾਨਾਂ ਦੇ ਲਈ ਜਾਂ ਬਾਕੀ ਵੀ ਸਾਰੀ ਜਨਤਾ ਦੇ ਖਿਲਾਫ ਜਿਹੜੇ ਵੀ ਕਾਨੂੰਨ ਆ ਰਹੇ ਨੇ ਉਹ ਰੱਦ ਕੀਤੇ ਜਾਣ, ਇਸ ਲਈ ਉਹ ਆਵਾਜ਼ ਉਠਾ ਰਹੇ ਸੀਗੇ। ਤੇ ਆਪਾਂ ਉਹਨਾਂ ਦੀ ਲੜਾਈ ਨੂੰ ਅੱਗੇ ਲੈ ਕੇ ਜਾਈਏ, ਇਹੀ ਸਾਰਿਆਂ ਨਾਲੋਂ ਵੱਡੀ ਲੜਾਈ ਹੋਏਗੀ। ਔਰ ਅਸੀਂ ਇੱਕ ਅਪੀਲ ਵੀ ਕੀਤੀ ਸੀਗੇ ਜਨਤਾ ਦੇ ਅੰਦਰ ਕਿ ਮਤਲਬ ਤੁਸੀਂ ਫਾਈਨੈਂਸ਼ੀਅਲ ਹੈਲਪ ਦੇ ਰਾਹੀਂ ਔਰ ਜੋ ਬਾਕੀ ਸੋਸ਼ਲ ਮੀਡੀਆ ਦੇ ਅੰਦਰ ਕੈਂਪੇਨ ਕਰਨ ਦੇ ਰਾਹੀਂ ਜਾਂ ਜਿਵੇਂ ਜਿਵੇਂ ਆਪਾਂ ਜੋ ਸਰਕਾਰ ਤੇ ਦਬਾਅ ਬਣਾ ਸਕਦੇ ਹੈਗੇ ਆ ਜੋ ਲੋਕਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਲਈ, ਤਾਂ ਉਹ ਠੀਕ ਰਹੇਗਾ। ਤੇ ਉਹਦੇ ਵਿੱਚ ਅਸੀਂ ਕਿਵੇਂ ਮਤਲਬ ਅਲੱਗ-ਅਲੱਗ ਤਰੀਕੇ ਨਾਲ ਕੰਟਰੀਬਿਊਟ ਕਰ ਸਕਦੇ, ਜਿਵੇਂ ਬਹੁਤ ਸਾਰੇ ਲੋਕ ਕਰ ਵੀ ਰਹੇ ਹੈਗੇ। ਤੇ ਇਹੀ ਹੈ ਸਾਡੀ ਅਪੀਲ ਤਾਂ, ਕਿ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਕੀ ਠੀਕ ਆ ਕੀ ਗਲਤ ਆ ਦੁਨੀਆ ਦੇ ਅੰਦਰ ਜੋ ਵੀ ਹੋ ਰਿਹਾ, ਇੱਕ ਸਾਈਡ ਲੈਣੀ ਚਾਹੀਦੀ ਆ। ਜੋ ਠੀਕ ਹੈ ਉਹ ਸਾਈਡ ਲੈਣੀ ਚਾਹੀਦੀ ਹੈ। ਨਿਊਟਰਲ ਨਿਰਪੱਖ ਕੁਛ ਚੀਜ਼ ਨਹੀਂ ਹੁੰਦਾ। ਔਰ ਜਿੰਨੇ ਵੀ ਜਣੇ ਕਿਸਾਨ ਅੰਦੋਲਨ ਦੇ ਅੰਦਰ, ਮਜ਼ਦੂਰ ਅੰਦੋਲਨ ਦੇ ਅੰਦਰ ਅਰੈਸਟ ਹੋਏ ਹੈਗੇ ਆ, ਉਹਨਾਂ ਦੀ ਰਿਲੀਜ਼ ਲਈ ਮੰਗ ਕਰਨੀ ਚਾਹੀਦੀ ਹੈ। ਹਾਂਜੀ। ਤੇ ਭੈਣ ਜੀ ਕੋਈ ਸਪੈਸੀਫਿਕ ਲੀਗਲ ਬੋਡੀ ਜਾਂ ਕੋਈ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਅਸੀਂ ਡੋਨੇਟ ਕਰ ਸਕਦੇ ਹਾਂ ਸਾਰੇ ਅਰੈਸਟਡ ਜਰਨਲਿਸਟਸ ਔਰ ਫਾਰਮਰਸ ਲਈ? ਹਾਂਜੀ, ਮੈਂ ਇੱਕ ਪੋਸਟਰ ਸ਼ੇਅਰ ਕਰਾਂਗੀ ਤੁਹਾਨੂੰ। ਅਸਲ ਵਿੱਚ ਉਹਦੇ ਲਈ ਅਸੀਂ ਜ਼ਰੂਰ ਕਲੈਕਟ ਕਰ ਰਹੇ ਹੈਗੇ ਆ ਜੋ ਫਾਈਨੈਂਸ਼ੀਅਲ ਹੈਲਪ ਹੈਗੀ ਆ, ਬਟ ਜੋ ਅਸੀਂ ਉਹਦੇ ਵਿੱਚ ਕਿਸ ਚੀਜ਼ ਲਈ ਅਸੀਂ ਫਾਈਨੈਂਸ਼ੀਅਲ ਹੈਲਪ ਇਕੱਠੀ ਕਰ ਰਹੇ ਆ, ਉਹ ਵੀ ਅਸੀਂ ਨਾਲ ਬਹੁਤ ਸਾਰੇ ਕੰਸਰਨ ਨੇ ਸਾਡੇ, ਉਹ ਅਸੀਂ ਉਹਦੇ ਵਿੱਚ ਦਿੱਤੇ ਹੋਏ, ਇਸ ਲਈ ਅਸੀਂ ਪੋਸਟਰ ਇੱਕ ਅਸੀਂ ਸਰਕੂਲੇਟ ਕੀਤਾ ਹੈਗਾ। ਬਟ ਉਹ ਬਹੁਤ ਲਿਮਿਟਡ ਜਣਿਆਂ ਕੋਲੇ ਅਸੀਂ ਪੋਸਟਰ ਭੇਜਿਆ, ਕਿਉਂਕਿ ਅਸੀਂ ਉਹਨੂੰ ਉਸ ਤਰੀਕੇ ਨਾਲ ਸਾਡਾ ਮੇਨ ਮਕਸਦ ਮਤਲਬ ਐਸਾ ਪੈਸਾ ਇਕੱਠਾ ਕਰਨਾ ਨਹੀਂ ਹੈਗਾ, ਬਟ ਸਾਡਾ ਮੇਨ ਕੰਸਰਨ ਇਹ ਹੈਗਾ ਕਿ ਮਜ਼ਦੂਰ ਅਧਿਕਾਰ ਸੰਗਠਨ ਜਿਸ ਦੇ ਇਹ ਮੈਂਬਰ ਰਹੇ ਨੌਦੀਪ ਔਰ ਸ਼ਿਵ ਕੁਮਾਰ, ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਸੰਘਰਸ਼ ਉਹ ਮਜ਼ਦੂਰ ਅਧਿਕਾਰ ਸੰਗਠਨ ਹੈ, ਔਰ ਉਹਨਾਂ ਮਜ਼ਦੂਰਾਂ ਨੂੰ ਵੀ ਹੈਲਪ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਸ ਸਟਰਗਲ ਤੋਂ ਬਾਅਦ ਉਹਨਾਂ ਨੂੰ ਰਹਿਣ ਦੀ ਸਮੱਸਿਆ ਆਏਗੀ ਜਾਂ ਲਾਇਬ੍ਰੇਰੀ ਮੇਨਟੇਨ ਕੀਤੀ ਜਾ ਸਕਦੀ ਆ। ਔਰ ਸ਼ਿਵ ਕੁਮਾਰ ਔਰ ਨੌਦੀਪ ਕੌਰ ਦੀ ਫੈਮਿਲੀ ਨੂੰ ਵੀ ਅਸੀਂ ਉਹਦੇ ਵਿੱਚੋਂ ਹੈਲਪ ਕਰ ਸਕਦੇ ਹੈਗੇ ਆ, ਜਾਂ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ, ਈਵਨ ਕਿ ਰੇਪ ਵਿਕਟਮ ਨੇ, ਉਹਨਾਂ ਦੀ ਫੈਮਿਲੀ ਨੂੰ ਵੀ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ, ਜੋ ਨੌਦੀਪ ਦੇ ਨਾਲ ਕਰਨਾਲ ਜੇਲ੍ਹ ਦੇ ਅੰਦਰ ਨੇ, ਜਿਨ੍ਹਾਂ ਦੇ ਨਾਲ ਖੁਦ ਗੈਂਗ ਰੇਪ ਹੋਇਆ ਔਰ ਉਹਨਾਂ ਨੂੰ ਹੀ ਜੇਲ੍ਹ ਦੇ ਅੰਦਰ ਬੰਦ ਕੀਤਾ ਹੋਇਆ, ਉਹਨਾਂ ਦਾ ਵੀ ਅਸੀਂ ਥੋੜਾ ਲੀਗਲ ਵਾਲਾ ਦੇਖਣਾ ਚਾਹ ਰਹੇ ਹੈਗੇ ਆ। ਤੇ ਅਸੀਂ ਉਹ ਜ਼ਰੂਰ ਪੋਸਟਰ ਵੀ ਸ਼ੇਅਰ ਕਰਾਂਗੇ, ਜੋ ਵੀ ਮਤਲਬ ਫਾਈਨੈਂਸ਼ੀਅਲ ਹੈਲਪ ਕਰ ਸਕਦੇ ਹੈਗੇ ਉਹਦੇ ਥਰੂ ਵੀ, ਤਾਂ ਉਹ ਵੀ ਕੀਤੀ ਜਾ ਸਕਦੀ ਹੈ। ਤੇ ਅਸੀਂ ਇਸ ਤੋਂ ਬਾਅਦ ਜਿੰਨਾ ਵੀ ਫਾਈਨੈਂਸ਼ੀਅਲ ਅਸੀਂ ਹੈਲਪ ਇਕੱਠੀ ਕਰ ਰਹੇ ਹਾਂ, ਉਸ ਫੰਡ ਦੀਆਂ ਕਿੱਥੇ ਉਹਨੂੰ ਖਰਚ ਕੀਤਾ ਗਿਆ, ਕੀ ਕੀਤਾ ਗਿਆ, ਉਹਨੂੰ ਪਬਲਿਕ ਕਰਾਂਗੇ, ਉਹ ਸਾਰੀਆਂ ਡਿਟੇਲਸ ਨੂੰ ਵੀ, ਤਾਂ ਕਿ ਇਹ ਟਰਾਂਸਪੇਰੈਂਸੀ ਰਹੇ ਕਿ ਉਹ ਫੰਡ ਕਿੱਥੇ ਯੂਜ਼ ਕੀਤਾ ਗਿਆ। ਲੋਕਾਂ ਦਾ ਪੈਸਾ ਲੋਕਾਂ ਦੇ ਕਾਜ਼ ਲਈ ਹੀ ਖਰਚ ਕੀਤਾ ਜਾਵੇਗਾ, ਇਸ ਲਈ। ਹਾਂਜੀ, ਹਾਂਜੀ, ਹਾਂਜੀ। ਕੈਨ ਯੂ ਹੀਅਰ ਮੀ ਨਾਓ? ਹਾਂਜੀ, ਹਾਂਜੀ। ਹਾਂਜੀ। ਹਾਂਜੀ ਭੈਣ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇੰਡੀਆ ਵਿੱਚ ਕਸਟੋਡੀਅਲ ਰੇਪ ਲਈ ਕਿਸੇ ਨੂੰ ਪ੍ਰੋਸੀਕਿਊਟ ਕਰਨਾ ਮਤਲਬ ਮੁਸ਼ਕਿਲ ਕਿਉਂ ਹੈ? ਉਹਦੇ ਵਿੱਚ ਅਸਲ ਵਿੱਚ ਜਦੋਂ ਸਟੇਟ ਦੀਆਂ ਜੋ ਇੰਸਟੀਟਿਊਸ਼ਨਸ ਨੇ ਉਹ ਡਾਇਰੈਕਟ ਉਹਦੇ ਵਿੱਚ ਖੁਦ ਇਨਵੋਲਵ ਹੁੰਦੀਆਂ ਨੇ, ਤਾਂ ਉਹਦੇ ਵਿੱਚ ਔਰਤ ਨੂੰ ਜਾਂ ਕਿਸੇ ਵੀ ਦਲਿਤ ਵੂਮਨ ਨੂੰ ਉਹਦੇ ਵਿੱਚੋਂ ਜਸਟਿਸ ਮਿਲਣਾ ਬਹੁਤ ਮੁਸ਼ਕਿਲ ਹੈ। ਮਤਲਬ ਈਵਨ ਕਿ ਮੈਂ ਇਸ ਪਲੇਟਫਾਰਮ ਤੋਂ ਜ਼ਰੂਰ ਇਹ ਬੋਲਣਾ ਚਾਹੂੰਗੀ ਕਿ ਕਸ਼ਮੀਰ ਦੇ ਵਿੱਚ ਕੀ ਹੋਇਆ, ਕੁਨਾਨ ਪੋਸ਼ਵਰਾ ਥੋੜੇ ਦਿਨ ਪਹਿਲਾਂ ਹੀ ਉਹ ਦਿਨ ਵੀ ਲੰਘਿਆ ਜਦੋਂ ਕਸ਼ਮੀਰ ਦੇ ਅੰਦਰ ਇੱਕ ਪੂਰਾ ਪਿੰਡ ਦੇ ਅੰਦਰ
ਆਰਮੀ ਜਾ ਕੇ ਰੇਪ ਕਰਦੇ ਹੈਗੇ ਆ। ਆਪਾਂ ਹੁਣ ਇਹ ਮਕਸਦ ਆਪਣਾ ਇਹ ਨਹੀਂ ਹੈਗਾ ਕਿ ਆਪਾਂ ਆਰਮੀ ਦੇ ਖਿਲਾਫ ਬੋਲੀਏ, ਪਰ ਜੋ ਫੈਕਟ ਹੈਗਾ ਉਹ ਫੈਕਟ ਹੈ, ਉਹ ਸੱਚ ਹੈ। ਹੁਣ ਇੱਥੇ ਜੋ ਇੱਥੇ ਵੀ ਹੋਇਆ, ਜਿਹੜਾ ਅਸੀਂ ਗੁੜ ਮੰਡੀ ਦੇ ਅੰਦਰ, ਦਿੱਲੀ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਹੈਗਾ ਉਹ ਇਲਾਕਾ ਗੁੜ ਮੰਡੀ, ਜਿਹਦੇ ਵਿੱਚ ਅਸੀਂ ਲਗਾਤਾਰ ਇਹ ਸੰਘਰਸ਼ ਕੀਤਾ ਕਿ ਉਸ ਇੱਕ ਕੁੜੀ, ਦਲਿਤ ਕੁੜੀ ਦਾ 17 ਸਾਲ ਦੀ ਕੁੜੀ ਦਾ ਰੇਪ ਕੀਤਾ ਗਿਆ, ਪਰ ਉਹਦੇ ਵਿੱਚ ਪੁਲਿਸ ਇਸ ਤਰੀਕੇ ਨਾਲ ਇਨਵੋਲਵ ਆ ਕਿ ਉਹਦੀ ਜਿਹੜੀ ਬੋਡੀ ਆ ਉਹ ਜ਼ਬਰਦਸਤੀ ਜਲਾ ਦਿੱਤੀ ਗਈ, ਜਿਵੇਂ ਜਿਵੇਂ ਯੂਪੀ ਦੇ ਅੰਦਰ ਹੋਇਆ। ਤੇ ਉਸੇ ਤਰੀਕੇ ਨਾਲ ਇੱਥੇ ਵੀ ਹੋਇਆ, ਇੱਕ ਪੈਟਰਨ ਬਣਿਆ ਹੋਇਆ ਕਿ ਇਹਦੇ ਵਿੱਚ, ਕਿਉਂਕਿ ਸਟੇਟ ਵੀ ਖੁਦ ਜੋ ਲੜਕੀਆਂ ਦੀ ਰੱਖਿਆ ਦੇ ਲਈ ਜ਼ਿੰਮੇਵਾਰ ਹੈਗੀ ਆ, ਤਾਂ ਇਸ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਈਵਨ ਕਿ ਜਦੋਂ ਪੁਲਿਸ ਖੁਦ ਰੇਪ ਕਰਨ ਬਾਰੇ ਕਹਿ ਰਹੀ ਹੋਵੇ ਤਾਂ ਉਹ ਆਪਦੀ ਸੁਰੱਖਿਆ ਲਈ ਕਿੱਥੇ ਜਾਣ, ਤੇ ਉਹ ਜਦੋਂ ਕਸਟਡੀ ਦੇ ਅੰਦਰ, ਪੁਲਿਸ ਕਸਟਡੀ ਦੇ ਅੰਦਰ 15 ਦਿਨ ਤੱਕ ਬੰਦ ਕਰਕੇ ਖੁਦ ਪੁਲਿਸ 11-12 ਪੁਲਿਸ ਕਰਮੀ ਰੇਪ ਕਰਦੇ ਹੈਗੇ ਆ, ਤੇ ਫਿਰ ਆਪਾਂ ਆਪਦੀ ਸੁਰੱਖਿਆ ਲਈ ਕਿੱਥੇ ਜਾਈਏ? ਉਹੀ ਸਾਰਾ ਸਿਸਟਮ ਹੈ ਜਿਹਦੇ ਵਿੱਚ ਇਨਵੈਸਟੀਗੇਸ਼ਨ ਦੀ ਜ਼ਿੰਮੇਵਾਰੀ ਪੁਲਿਸ ਨੂੰ ਦਿੱਤੀ ਜਾਏਗੀ, ਤੇ ਇਨਵੈਸਟੀਗੇਸ਼ਨ ਫਿਰ ਕਿਵੇਂ ਰਹੇਗੀ, ਇਹਦੇ ਲਈ ਕਿਸੇ ਨੂੰ ਸ਼ਾਇਦ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਇਹ ਸੋਚਣ ਚ ਇਨਵੈਸਟੀਗੇਸ਼ਨ ਕੀ ਰਹੇਗੀ। ਜਿਵੇਂ ਸ਼ਿਵ ਕੁਮਾਰ ਦਾ ਜੋ 2 ਇਸ ਤੋਂ ਪਹਿਲਾਂ ਮੈਡੀਕਲ ਹੋ ਚੁੱਕੇ ਆ, ਉਹਦੇ ਵਿੱਚ ਜੋ ਨੌਦੀਪ ਤੋਂ ਬਾਅਦ ਅਰੈਸਟ ਕੀਤੇ ਗਏ ਆ, ਉਹਦੇ ਵਿੱਚ ਬਹੁਤ ਨਾਰਮਲ ਮਤਲਬ ਹੈ ਉਹਦੀ ਰਿਪੋਰਟ, ਪਰ ਜਦੋਂ ਕੋਰਟ ਦੇ ਰਸਤੇ ਲਈ ਹਰਿਆਣਾ 2 ਹਫ਼ਤੇ ਪਹਿਲਾਂ ਤੇ ਉਹਦੇ ਦੋਨੋਂ ਹੱਥਾਂ ਤੇ ਫ੍ਰੈਕਚਰ ਨੇ, ਤੇ ਪੈਰਾਂ ਦੀਆਂ ਉਂਗਲਾਂ ਫ੍ਰੈਕਚਰਡ ਨੇ, ਬਹੁਤ ਸਾਰੀਆਂ ਹੋਰ ਵੀ ਇੰਜਰੀਜ਼ ਨੇ ਉਹਦੇ ਤੇ ਇਸ ਤਰੀਕੇ ਨਾਲ ਸਾਰਾ ਸਿਸਟਮ ਇਸ ਤਰੀਕੇ ਨਾਲ ਕੰਮ ਕਰ ਰਿਹਾ, ਜਿਹਦੇ ਤੇ ਮਤਲਬ ਬਹੁਤ ਮੁਸ਼ਕਿਲ ਹੈ ਕਿ ਜੋ ਸਹੀ ਦੋਸ਼ੀ ਆ ਉਹ ਅੰਦਰ ਜਾਣ। ਖੁਦ ਵਿਕਟਿਮ ਹੀ ਜੇਲ੍ਹ ਦੇ ਅੰਦਰ ਜਾ ਰਹੇ ਨੇ ਲਗਾਤਾਰ। ਈਵਨ ਕਿ CANRC ਦੇ ਪ੍ਰੋਟੈਸਟ ਦੇ ਅੰਦਰ ਜਿਨ੍ਹਾਂ ਨੇ ਵਾਇਲੈਂਸ ਕੀਤੀ, ਦਿੱਲੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ। RSS ਦੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਮੁਸਲਿਮਸ ਤੇ, ਫਿਰ ਉਹਨਾਂ ਦਾ ਮੈਸੇਕਰ ਕਰਨ ਤੋਂ ਬਾਅਦ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਗਿਆ। ਇਹ ਇੱਕ ਪੈਟਰਨ ਚੱਲ ਰਿਹਾ ਹੈਗਾ ਸਾਰਾ, ਤੇ ਉਹਦੇ ਵਿੱਚ ਲਗਾਤਾਰ ਹੋਰ ਯੂਨਾਈਟ ਹੋਣ ਦੀ ਲੋੜ ਹੈਗੀ ਆ ਇਹ ਸਾਰੀਆਂ ਚੀਜ਼ਾਂ ਤੇ। ਤੇ ਮਤਲਬ ਹੁਣੇ ਅਸੀਂ ਪੁਲਿਸ ਨੂੰ ਚਾਰਜ ਨਹੀਂ ਕਰ ਸਕਦੇ ਫॉर द assault that's happening with Nodeep and all the other prisoners. ਨਹੀਂ, ਉਹ ਬਿਲਕੁਲ ਅਸੀਂ ਲੜਾਈ ਲੜ ਰਹੇ ਹੈਗੇ ਆ, ਤੇ ਹੁਣ ਜਦੋਂ ਇੰਨੀ ਵੱਡੇ ਲੈਵਲ ਤੇ ਉਹਦੀ ਆਵਾਜ਼ ਉੱਠੀ ਹੈਗੀ ਆ, ਤੇ ਹੁਣ ਪੁਲਿਸ ਨੂੰ ਵੀ ਬਹੁਤ ਇਹ ਮੁਸ਼ਕਿਲ ਹੈਗਾ ਉਹਨਾਂ ਲਈ ਵੀ, ਤੇ ਉਹਦੇ ਲਈ ਮਤਲਬ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹੈਗੇ, ਕਿਉਂਕਿ ਅੱਗੇ ਨਾ ਹੋਵੇ ਵੀ ਇਹ ਕੇਸ ਸਾਡੇ ਉਹਨਾਂ ਦੇ ਖਿਲਾਫ ਜਜਮੈਂਟ ਹਾਈ ਕੋਰਟ ਦੀ, ਅਗਰ ਇਥੋਂ ਦਾ ਜਿਹੜਾ ਜਸਟਿਸ ਵਾਲਾ ਸਿਸਟਮ ਜਿਹੜਾ ਬਚਿਆ ਹੋਇਆ, ਜੁਡੀਸ਼ਰੀ ਬਚੀ ਹੋਈ, ਤੇ ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ। ਸਾਰਾ ਚੀਜ਼ ਕੋਸ਼ਿਸ਼ ਕਰ ਰਹੇ ਹੈਗੇ ਲੀਗਲ ਤਰੀਕੇ ਨਾਲ ਵੀ, ਔਰ ਲਗਾਤਾਰ ਪ੍ਰੋਟੈਸਟ ਵੀ ਚੱਲ ਰਿਹਾ। ਇਹਦੇ ਲਈ ਹੀ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹ ਨਾ ਹੋਵੇ, ਜਿਸ ਤਰੀਕੇ ਨਾਲ ਕਸਟਡੀ ਦੇ ਅੰਦਰ ਵਾਇਲੈਂਸ ਹੋ ਰਹੀ ਹੈਗੀ ਆ, ਉਹ ਨਾ ਹੋਵੇ, ਕਿਸੇ ਨਾਲ ਵੀ ਨਾ ਹੋਵੇ। ਨੌਦੀਪ ਔਰ ਸ਼ਿਵ ਕੁਮਾਰ ਨਹੀਂ, ਅੱਗੇ ਇਹ ਚੀਜ਼ਾਂ ਬੰਦ ਹੋਣ, ਇਸ ਲਈ ਆਵਾਜ਼ ਉਠਾਉਣੀ ਚਾਹੀਦੀ ਆ। ਫਿਰ ਜੋ ਲੋਕ ਪ੍ਰੋਟੈਸਟ ਕਰ ਰਹੇ ਉਹਨਾਂ ਤੇ UAPA, ਦੇਸ਼ ਧਰੋਹ ਦੇ ਮੁਕੱਦਮੇ ਨਾ ਲਾਏ ਜਾਣ। ਇਸ ਹੈਲੋ ਭੈਣ ਜੀ, can you hear me? ਹਾਂਜੀ ਹਾਂਜੀ, ਹੈਲੋ, ਮੇਰੀ ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਹਾਂਜੀ। ਸੰਗਤ ਜੀ, if anyone has any more questions, yeah, ਭੈਣ ਜੀ, ਇੰਡੀਅਨ ਮੀਡੀਆ ਕਿੰਨਾ ਕੁ ਕਵਰ ਕਰ ਰਿਹਾ ਹੈ ਪੂਰਾ ਟੌਪਿਕ? ਹੁਣ ਇੰਡੀਅਨ ਮੀਡੀਆ ਕਵਰ ਕਰ ਰਿਹਾ ਹੈਗਾ, ਇਵਨ ਕਿ ਮੇਨ ਸਟ੍ਰੀਮ ਮੀਡੀਆ ਵੀ ਕਵਰ ਕਰ ਰਿਹਾ ਹੈਗਾ। ਪਹਿਲਾਂ ਬਹੁਤ ਲੰਬਾ ਟਾਈਮ ਤੱਕ ਉਹਦੀ ਕਵਰੇਜ ਨਹੀਂ ਹੋਈ, ਔਰ ਫਿਲਹਾਲ ਵੀ ਮੈਂ ਸਮਝਦੀ ਹਾਂ ਕਿ ਜਿਵੇਂ ਬਾਕੀ ਕਮਿਊਨਿਟੀਜ਼ ਦੇ ਅਟੈਕ ਹੋਣ ਨਾਲ, ਜਾਂ ਫਿਰ ਜੋ ਇੱਕ ਖਾਸ ਕਾਸਟ ਦੇ ਨਾਲ ਅਟੈਕ ਹੋਣ ਨਾਲ ਜਿਵੇਂ ਚੀਜ਼ਾਂ ਉੱਠਦੀਆਂ ਨੇ, ਹਾਈਲਾਈਟ ਹੁੰਦੀਆਂ ਨੇ, ਉਹਨਾਂ ਤੇ ਐਡੀਟੋਰੀਅਲਸ ਲਿਖੇ ਜਾਂਦੇ ਨੇ, ਉਵੇਂ ਵੀ ਨੌਦੀਪ ਦਾ ਜਾਂ ਸ਼ਿਵ ਕੁਮਾਰ ਦਾ ਖਾਸ ਕਰਕੇ ਮੁੱਦਾ ਨਹੀਂ ਉਠਾਇਆ ਜਾ ਰਿਹਾ। ਜਿੰਨਾ ਵੱਡੇ ਲੈਵਲ ਤੇ ਇਹਨਾਂ ਨੂੰ ਟੌਰਚਰ ਕੀਤਾ ਗਿਆ ਹੈਗਾ, ਜਿਵੇਂ ਅਟੈਕ ਕੀਤਾ ਗਿਆ ਹੈਗਾ, ਉਹਦੇ ਨਾਲ ਹੋਰ ਵੀ ਚੀਜ਼ਾਂ ਉੱਠਣੀਆਂ ਚਾਹੀਦੀਆਂ ਸੀਗੀਆਂ। ਤੇ ਫਿਲਹਾਲ ਵੈਸੇ ਬਹੁਤ ਸਾਰਾ ਮੀਡੀਆ ਹੈਗਾ ਜਿਹੜਾ ਇਹਦੇ ਤੇ ਲੱਗਿਆ ਹੋਇਆ,
ਤੇ ਹੁਣ ਲਗਾਤਾਰ ਅਪਡੇਟਸ ਵੀ ਆ ਰਹੀਆਂ ਨੇ। ਅੱਜ ਹੀ ਜੋ ਇੰਡੀਅਨ ਐਕਸਪ੍ਰੈਸ ਦੇ ਅੰਦਰ ਵੀ ਆ ਰਿਹਾ ਹੈ, ਹਿੰਦੂ ਦੇ, ਮਤਲਬ ਜੋ ਵੀ ਮੇਨ ਸਟ੍ਰੀਮ ਮੀਡੀਆ ਹੈਗਾ ਹੁਣ ਉਹ ਕਵਰ ਕਰ ਰਿਹਾ ਹੈਗਾ ਇਹਨੂੰ, ਤੇ ਪਹਿਲਾਂ ਜੋ ਨਹੀਂ ਹੋ ਰਿਹਾ ਸੀਗਾ। ਅੱਛਾ। ਤੇ ਭੈਣ ਜੀ, ਪੰਜਾਬ ਵਿੱਚ ਜਾਤੀਵਾਦ ਕਿੰਨੇ ਕੁ ਲੈਵਲ ਤੇ ਹੈ? ਉਹਦਾ ਲੈਵਲ ਤਾਂ ਮਤਲਬ ਤੁਸੀਂ ਉਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਸਾਡੇ ਪਿੰਡ ਵਿੱਚ ਇੱਕ ਰੇਪ ਕੇਸ ਹੋਇਆ ਸੀ, ਦਲਿਤ ਕੁੜੀ ਦੇ ਨਾਲ, 8ਵੀਂ ਕਲਾਸ ਦੀ ਕੁੜੀ ਸੀਗੀ ਉਹ। ਉਦੋਂ ਮੈਂ ਗ੍ਰੈਜੂਏਸ਼ਨ ਸੀਗੀ। ਮੈਨੂੰ ਯਾਦ ਆ ਉਦੋਂ ਨੌਦੀਪ ਸਕੂਲ ਵਿੱਚ ਪੜ੍ਹਦੀ ਸੀਗੀ, ਤੇ ਮੇਰੇ ਮੰਮੀ ਨੇ ਉਹ ਕੇਸ ਬਹੁਤ ਲੜਿਆ। ਉਹਦੇ ਕਾਰਨ ਮੇਰੇ ਮੰਮੀ ਨੂੰ ਵੀ ਜੇਲ੍ਹ ਜਾਣਾ ਪਿਆ 10 ਦਿਨ ਲਈ। ਬਹੁਤ ਸਾਰੀਆਂ ਮਤਲਬ ਪੰਜਾਬ ਲੈਵਲ ਦਾ ਉਹ ਸੰਘਰਸ਼ ਬਣਿਆ ਕਿ ਦਲਿਤ ਕੁੜੀ ਨਾਲ ਰੇਪ ਹੋ ਜਾਂਦਾ ਹੈ, ਤੇ ਉਸ ਤੋਂ ਬਾਅਦ ਵੀ ਚੀਜ਼ਾਂ ਮਤਲਬ ਜੋ, ਕਿਉਂਕਿ ਪੋਲੀਟੀਕਲ ਪਾਵਰ ਦੇ ਕਰਕੇ ਤੇ ਬਹੁਤ ਆਪਦੇ ਜੋ ਰਿਸੋਰਸਿਸ ਨੇ ਉਹਨਾਂ ਦੇ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਦਲਿਤ ਕੁੜੀ ਦੇ ਨਾਲ ਰੇਪ ਕਰਨ ਤੋਂ ਬਾਅਦ ਵੀ ਬਚਿਆ ਜਾ ਸਕਦਾ ਹੈ। ਤੇ ਉਹ ਚੀਜ਼ 78 ਦਿਨਾਂ ਤੱਕ ਉਹਨਾਂ ਦੀ ਅਰੈਸਟਿੰਗ ਨਹੀਂ ਹੋਈ ਸੀਗੀ ਗੈਂਗ ਰੇਪ ਵਿੱਚ। ਤੇ ਉਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਰਿਹਾ। ਫਿਰ ਹਾਈ ਕੋਰਟ ਵਿੱਚ ਇਹ ਕੇਸ ਚੱਲਿਆ ਲੰਬਾ, ਫਿਰ ਉਹਨਾਂ ਨੂੰ ਸਜ਼ਾ ਮਿਲੀ ਸੀਗੀ। ਤੇ ਹੁਣ ਮਤਲਬ ਸਾਡੀ ਫੈਮਿਲੀ ਦਾ ਵੀ ਸੋਸ਼ਲ ਬਾਈਕਾਟ ਹੋਇਆ ਸੀਗਾ ਕਾਸਟ ਦੇ ਆਧਾਰ ਤੇ, ਜਦੋਂ ਅਸੀਂ ਸਕੂਲ 'ਚ ਸੀ, ਸਾਨੂੰ ਕੁਛ ਜ਼ਿਆਦਾ ਪਤਾ ਨਹੀਂ ਹੁੰਦਾ ਸੀ। ਤੇ ਇਸ ਲੈਵਲ ਤੇ ਚੱਲ ਰਹੀਆਂ ਨੇ ਚੀਜ਼ਾਂ। ਉਹੀ ਲੋਕ ਖੇਤਾਂ ਦੇ ਅੰਦਰ ਵੀ ਕੰਮ ਕਰਦੇ ਨੇ, ਉਹਨਾਂ ਨਾਲ ਲਗਾਤਾਰ ਭੇਦਭਾਵ ਹੁੰਦਾ ਹੈ। ਬਹੁਤ ਸਾਰੀ ਜਗ੍ਹਾ ਤੇ ਤਾਂ ਮਤਲਬ ਮੈਂ ਡਾਇਰੈਕਟਲੀ, ਮਤਲਬ ਇਹ ਨਹੀਂ ਹੈਗਾ ਕਿ ਮੈਂ ਕਿਸੇ ਵੀ ਉਸ ਚੀਜ਼ ਦੇ ਖਿਲਾਫ ਹੈਗੀ ਹਾਂ, ਪਰ ਜਿਹੜੇ ਸਾਡੇ ਸਿਧਾਂਤ ਹੈਗੇ ਸੀਗੇ ਵੀ ਅਸੀਂ ਬ੍ਰਾਹਮਣਵਾਦ ਦੇ ਖਿਲਾਫ, ਜੋ ਸਿੱਖ ਧਰਮ ਪੈਦਾ ਹੋਇਆ, ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਵਿੱਢਿਆ। ਉਹ ਸਾਡੇ ਵੀ ਅੰਦਰ ਹਜੇ ਤੱਕ ਹੈ, ਉਹ ਅਸੀਂ ਖਤਮ ਨਹੀਂ ਕਰ ਪਾਏ। ਸਾਡੇ ਗੁਰਦੁਆਰੇ ਵੀ ਕਾਸਟ ਦੇ ਆਧਾਰ ਤੇ ਵੰਡੇ ਹੋਏ ਆ। ਉਹ ਕਿਉਂ ਵੰਡੇ ਹੋਏ ਆ? ਅਗਰ ਕਾਸਟ ਹੈ, ਐਗਜ਼ਿਸਟ ਕਰਦੀ ਆ, ਉਹ ਹੇਟ ਹੈਗੀ ਆ ਵੀ ਉੱਚੀ ਉੱਚੀ ਵੱਡੀ ਕਾਸਟ ਹੈਗੀ ਆ, ਉੱਚੀ ਨੀਵੀਂ ਕਾਸਟ ਹੈਗੀ ਆ। ਉਸੇ ਤਰੀਕੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਜਦੋਂ ਸ਼ਿਵ ਕੁਮਾਰ ਨੂੰ ਅਰੈਸਟ ਕੀਤਾ ਗਿਆ, ਇੰਨਾ ਜ਼ਿਆਦਾ ਟਾਰਚਰ ਕਰਨ ਤੋਂ ਬਾਅਦ ਵੀ ਉਹਨੂੰ ਕਿਹਾ ਗਿਆ ਕਿ ਟਾਇਲਟ ਸਾਫ਼ ਕਰੋ ਕਿਉਂਕਿ ਤੁਸੀਂ ਉਸੇ ਕਾਸਟ ਵਿੱਚੋਂ ਆਉਂਦੇ ਆ। ਤੇ ਉਹ ਮਤਲਬ ਸਾਰੀਆਂ ਚੀਜ਼ਾਂ ਹੈਗੀਆਂ ਨੇ। ਈਵਨ ਕਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਅੰਦਰ ਵੀ ਸਾਨੂੰ ਡਾਇਰੈਕਟਲੀ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ ਕਾਸਟ ਐਗਜ਼ਿਸਟ ਕਰਦੀ ਹੈ। ਤੇ ਉਹ ਅਲੱਗ-ਅਲੱਗ ਤਰੀਕੇ ਹੋ ਸਕਦੇ ਨੇ, ਅਲੱਗ ਫਾਰਮਸ ਹੋ ਸਕਦੀਆਂ ਨੇ, ਬਟ ਉਹ ਕਾਸਟ ਹਜੇ ਤੱਕ ਵੀ ਸਾਡੇ ਅੰਦਰ ਗਈ ਨਹੀਂ। ਅੱਜ ਤੱਕ ਅਸੀਂ ਇਹ ਆਪਦੇ ਆਪ ਤੋਂ ਪੁੱਛ ਲਈਏ, ਅਸੀਂ ਆਪਦੀ ਫੈਮਲੀਜ਼ ਤੋਂ ਪੁੱਛ ਲਈਏ ਕਿ ਇੰਟਰਕਾਸਟ ਮੈਰਿਜਸ ਕਿੰਨੀਆਂ ਕੁ ਆਸਾਨ ਨੇ ਸਾਡੇ ਉਹਦੇ ਚ, ਤੇ ਬਹੁਤ ਸਾਨੂੰ ਸਿੱਧਾ ਕਲੀਅਰ ਸਾਨੂੰ ਸਮਝ ਆਉਂਦੀ ਹੈ ਕਿ ਨਹੀਂ। ਮਤਲਬ ਫਿਰ ਵੀ ਠੀਕ ਆ, ਆਪਦੀ ਮਰਜ਼ੀ ਨਾਲ ਵਿਆਹ ਕਰੋ, ਪਰ ਇੰਟਰਕਾਸਟ ਮੈਰਿਜ ਨਹੀਂ ਹੋਣੀ ਚਾਹੀਦੀ। ਇਹ ਕਾਸਟ ਸਿਸਟਮ ਨੂੰ ਬਚਾਉਣ ਦਾ ਇੱਕ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਐਗਜ਼ਾਮਪਲ ਹੋ ਸਕਦੀਆਂ ਨੇ। ਪਰ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਲੋਕ ਮਿਹਨਤ ਕਰਦੇ ਨੇ ਉਹ ਵੀ, ਮਤਲਬ ਲੈਂਡਲੈਸ ਜੋ ਆਪਾਂ ਕਹਿੰਦੇ ਆ ਪੀਜੈਂਟਰੀ ਹੈਗੀ, ਉਹ ਖੇਤਾਂ ਦੇ ਅੰਦਰ ਕੰਮ ਕਰਦੀ ਹੈ। ਉਹਦੇ ਚ ਬਹੁਤ ਵੱਡਾ ਸੈਕਸ਼ਨ ਹੈਗਾ ਜਿਹੜਾ ਦਲਿਤ ਕਮਿਊਨਿਟੀ ਵਿੱਚੋਂ ਆਉਂਦਾ, ਪਰ ਉਹਨਾਂ ਨੂੰ ਉਹ सम्मान ਕਦੇ ਨਹੀਂ ਮਿਲਿਆ ਜੋ ਜੋ ਸਾਡੇ ਗੁਰੂਆਂ ਨੇ ਵੀ ਕਿਹਾ ਕਿ ਸਾਰੇ ਬਰਾਬਰ ਨੇ। ਇੱਕ ਪੰਗਤ ਦੀ ਜੋ ਚਲਾਇਆ ਕਿ ਇੱਕ ਇੱਕ ਪੰਕਤੀ ਚ ਬੈਠ ਕੇ ਹੀ ਸਾਰੇ ਖਾਣਾ ਖਾਣਗੇ, ਇੱਕ ਬਾਟੇ ਚੋਂ ਹੀ ਸਭ ਅੰਮ੍ਰਿਤ ਛਕਣਗੇ। ਉਹ ਸਿਧਾਂਤ ਨਹੀਂ ਦਿਖਦਾ, ਹਜੇ ਵੀ ਨਹੀਂ ਦਿਖਦਾ, ਪ੍ਰੈਕਟੀਕਲੀ ਨਹੀਂ ਦਿਖਦਾ। ਫਿਰ ਜੇ ਅਸੀਂ ਸਿਰਫ ਪਾਠ ਕਰਨ ਨਾਲ ਜਾਂ ਉਹ ਕਿਸੇ ਕੰਮ ਦਾ ਰਹਿ ਨਹੀਂ ਜਾਂਦਾ। ਫਿਰ ਜੋ ਮੈਨੂੰ ਮਤਲਬ ਪਰਸਨਲੀ ਮਹਿਸੂਸ ਹੁੰਦਾ ਹੈ, ਜੋ ਤੁਹਾਡੇ ਸਿਧਾਂਤ ਨਹੀਂ, ਤੁਸੀਂ ਉਹਨਾਂ ਤੇ ਤੁਸੀਂ ਖਰੇ ਨਹੀਂ ਉਤਰ ਰਹੇ। ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੈ ਹਜੇ ਵੀ ਸਾਡੇ ਅੰਦਰ। ਜੀ। ਤੇ ਕੋਈ ਕਾਸਟ ਰਾਈਟਸ ਆਰਗੇਨਾਈਜੇਸ਼ਨਸ ਹੈਗੀ ਨੇ ਜਿਹੜੀ ਇਸ ਲਈ ਕੰਮ ਕਰ ਰਹੀਆਂ ਨੇ? ਬਹੁਤ ਸਾਰੇ ਆਰਗੇਨਾਈਜੇਸ਼ਨਸ ਨੇ ਜੋ ਅਹ, ਇਸ ਲਈ ਬੋਲ ਰਹੇ ਨੇ, ਤੇ ਮੈਂ ਉਹਨੂੰ ਮਤਲਬ ਉਵੇਂ ਡਿਵਾਈਡ ਕਰਕੇ ਤਾਂ ਸ਼ਾਇਦ ਅਸੀਂ ਦੇਖ ਨਹੀਂ ਰਹੇਗੇ। ਤੇ ਬਟ ਜੋ ਬਹੁਤ ਸਾਰੇ ਦਲਿਤ ਕਮਿਊਨਿਟੀ ਦੀਆਂ ਜੋ ਗਰੁੱਪਸ ਨੇ ਉਹ ਇਹਦੇ ਚ ਸਪੋਰਟ ਕਰ ਰਹੇ ਹੈਗੇ ਆ। ਔਰ ਸਾਰਿਆਂ ਨਾਲੋਂ ਪਹਿਲਾਂ ਜੋ ਈਵਨ ਕਿ ਸੰਜੀਵ ਮਾਥੁਰ ਦਾ ਵੀ ਇੱਕ ਗਰੁੱਪ ਹੈਗਾ ਜੋ ਬਹੁਤ ਲੋਕਾਂ ਦੇ ਨਾਲ ਜੁੜੇ ਹੋਏ ਨੇ। ਤੇ ਉਹਨਾਂ ਦੀ ਐਵੇਂ ਵੀ ਨਹੀਂ ਹੈਗਾ ਕਿ ਉਹਨਾਂ ਨੇ ਪਾਰਲੀਮੈਂਟ 'ਚ ਜਾ ਕੇ ਵੋਟਾਂ ਲੈ ਕੇ ਵੱਡਾ ਲੀਡਰ ਬਣਨਾ। ਉਹ ਸੱਚੀ ਲੋਕਾਂ ਦੇ ਇਸ਼ੂ ਉਠਾ ਰਹੇ ਨੇ, ਤੇ ਉਹ ਵੀ ਲਗਾਤਾਰ ਸਾਡੇ ਨਾਲ ਟੱਚ ਵਿੱਚ ਰਹੇ। ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਆਏ ਨੇ, ਬਹੁਤ ਸਾਰੇ ਪੋਲੀਟੀਕਲ ਪਾਰਟੀਜ਼ ਨੇ, ਉਹਦੇ ਵਿੱਚ ਭੀਮ ਆਰਮੀ ਵੀ ਇੱਕ ਹੈਗੀ ਆ, ਉਹ ਵੀ ਇਸ ਉਹਦੇ 'ਚ ਆਏ।
ਤੇ ਬਹੁਤ ਸਾਰੇ ਫੋਰਨ ਮਤਲਬ ਜੋ ਫੋਰਨ ਕੰਟਰੀਜ਼ ਦੇ ਅੰਦਰ ਬੈਠੇ ਨੇ ਪੰਜਾਬੀ ਨੇ, ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ। ਤੇ ਉਹ ਬਿਯੋਂਡ ਮਤਲਬ ਐਸੇ ਕਾਸਟ ਡਿਵੀਜ਼ਨ ਤੋਂ ਤੇ ਮਿਲ ਰਹੀ ਆ ਹੁਣ ਵੀ, ਬਹੁਤ ਸਾਰੇ ਜਣਿਆਂ ਦੀ ਸਪੋਰਟ ਮਿਲ ਰਹੀ ਹੈ। ਪਰ ਸਾਡੀ ਜਿਹੜੀ ਜਿੱਤ ਆ ਉਦੋਂ ਹੋਊਗੀ ਜਦੋਂ ਐਵੇਂ ਕਾਸਟ ਦੇ ਆਧਾਰ ਤੇ ਹਿੰਸਾ ਜਿਹੜੀ ਹੈਗੀ ਆ, ਜਾਂ ਕਲਾਸ ਦੇ ਆਧਾਰ ਤੇ ਹਿੰਸਾ ਖਤਮ ਹੋਊਗੀ, ਸਾਡੇ ਅੰਦਰੋਂ ਵੀ ਤੇ ਬਾਹਰੋਂ ਵੀ, ਸਿਸਟਮ ਦੇ ਅੰਦਰੋਂ ਵੀ। ਤੇ ਉਹ ਸਾਡੀ ਜਿੱਤ ਹੋਊਗੀ। ਉਦੋਂ ਤੱਕ ਸਾਨੂੰ ਲੜਨਾ ਪਏਗਾ, ਆਪਦੇ ਆਪ ਨਾਲ ਵੀ, ਬਾਹਰ ਵੀ, ਸਟੇਟ ਨਾਲ ਵੀ, ਲੋਕਾਂ ਦੇ ਨਾਲ ਵੀ। ਜੀ। ਤੇ ਭੈਣ ਜੀ, ਕਿਸਾਨ ਯੂਨੀਅਨ ਜਿਹੜਾ ਹੈ ਉਹਨੇ ਕੀ ਰੋਲ ਪਲੇ ਕੀਤਾ ਨਵਦੀਪ ਦੇ ਕੇਸ ਵਿੱਚ? ਉਹਦੇ ਵਿੱਚ ਜੀ ਹੁਣ ਲਗਾਤਾਰ ਸੰਯੁਕਤ ਮੋਰਚੇ ਤੋਂ ਵੀ ਸਟੇਟਮੈਂਟ ਆਈ ਹੈਗੀ ਆ, ਔਰ ਬਹੁਤ ਸਾਰੇ ਕਿਸਾਨ ਯੂਨੀਅਨ ਸਾਡੇ ਨਾਲ ਪਹਿਲਾਂ ਵੀ ਸੀ, ਅੱਜ ਵੀ ਅਸੀਂ ਕਿਸਾਨ ਲੀਡਰਸ ਦੇ ਨਾਲ ਮਿਲ ਕੇ ਹੀ, ਮੈਂ ਫਿਲਹਾਲ ਆਈ ਆ ਹੁਣੇ, ਟਿਕਰੀ ਬਾਰਡਰ ਤੋਂ ਮੈਂ ਆ ਰਹੀ ਹਾਂ। ਤੇ ਉਹ ਲਗਾਤਾਰ 23 ਜਨਵਰੀ ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ 4 ਕਿਸਾਨ ਯੂਨੀਅਨਸ ਨੇ ਹਿੱਸਾ ਲਿਆ ਸੀ। ਔਰ ਉਸ ਤੋਂ ਪਹਿਲਾਂ ਵੀ ਮਤਲਬ ਐਸਪੀ ਨੂੰ ਲੈਟਰ ਲਿਖਣ ਵਿੱਚ 4-5 ਕਿਸਾਨ ਯੂਨੀਅਨ ਸਾਡੇ ਨਾਲ ਰਹੀਆਂ, ਜਿਨ੍ਹਾਂ ਦੀ ਸਾਡੇ ਨਾਲ ਲਗਾਤਾਰ ਗੱਲ ਹੋ ਰਹੀ ਸੀ। ਬਹੁਤ ਸਾਰੇ ਕਿਸਾਨ ਯੂਨੀਅਨਸ ਨੇ ਇਹਦੇ ਤੇ ਨਹੀਂ ਵੀ ਸਟੈਂਡ ਲਿਆ। ਕੁਝ ਜਣਿਆਂ ਨੇ ਮਤਲਬ ਕਿਹਾ ਕਿ ਇਹ ਗਲਤ ਹੋਇਆ ਤੇ ਅਸੀਂ ਉਹਦੇ ਰਿਲੀਜ਼ ਲਈ ਆਵਾਜ਼ ਉਠਾਵਾਂਗੇ। ਪਰ ਜਦੋਂ ਇਹ ਚੀਜ਼ਾਂ ਜ਼ਿਆਦਾ ਹਾਈਲਾਈਟ ਹੋਈਆਂ ਮਤਲਬ ਮੀਡੀਆ ਦੇ ਅੰਦਰ, ਸੋਸ਼ਲ ਮੀਡੀਆ ਦੇ ਅੰਦਰ, ਇੰਟਰਨੈਸ਼ਨਲ ਲੈਵਲ ਤੇ, ਫਿਰ ਬਹੁਤ ਜ਼ਿਆਦਾ ਦਬਾਅ ਵਧਿਆ। ਫਿਰ ਸੰਯੁਕਤ ਮੋਰਚੇ ਵੱਲੋਂ ਇਹ ਸਟੇਟਮੈਂਟ ਦੇ ਤਰੀਕੇ ਨਾਲ ਵੀ ਆਇਆ, ਤੇ ਉਹ ਥੋੜਾ ਲੇਟ ਹੋਇਆ, ਅਸੀਂ ਇਹ ਮੰਨਦੇ ਹਾਂ। ਬਟ ਜੋ ਜੋ ਨੌਦੀਪ ਨੇ ਐਗਜ਼ਾਮਪਲ ਸੈੱਟ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਹੋ ਸਕਦੀ ਹੈ, ਉਸੇ ਨੂੰ ਅੱਗੇ ਵਧਾਉਂਦੇ ਹੋਏ ਮਤਲਬ ਅੱਗੇ ਵੀ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸਾਨੂੰ, ਕਿ ਜੇ ਸਿਰਫ ਕਿਸਾਨਾਂ ਦਾ ਅੰਦੋਲਨ ਰਹਿ ਜਾਂਦਾ ਤੇ ਮਜ਼ਦੂਰ ਉਹਦੇ ਵਿੱਚ ਨਹੀਂ ਹੈਗੇ, ਤਾਂ ਸਾਡਾ ਕਿਸਾਨ ਅੰਦੋਲਨ ਜੋ ਅੰਦੋਲਨ ਹੈਗਾ ਉਹ ਸਾਡੀ ਕਮੀ ਹੋਏਗੀ। ਇਸੇ ਲਈ ਇਸ ਯੂਨਿਟੀ ਨੂੰ ਅੱਗੇ ਵਧਾਉਣਾ ਚਾਹੀਦਾ, ਇਹ ਸਮਝਦਾਰੀ ਹੈ ਸਾਡੀ ਵੀ। ਔਰ ਇਹ ਕਿ ਕਿਸਾਨ ਯੂਨੀਅਨਸ ਤੋਂ ਵੀ ਇਹੀ ਉਮੀਦ ਹੈ ਕਿ ਉਹ ਮਜ਼ਦੂਰਾਂ ਦੀ ਰਿਪਰੈਜ਼ੈਂਟੇਸ਼ਨ ਰੱਖਣਗੇ, ਈਵਨ ਕਿ ਡਿਸੀਜ਼ਨ ਮੇਕਿੰਗ ਦੇ ਅੰਦਰ ਵੀ, ਅੰਦੋਲਨ ਦੇ ਅੰਦਰ ਵੀ। ਹੈਲੋ। ਹਾਂਜੀ। ਤੇ ਭੈਣ ਜੀ, ਹੁਣੇ ਕਰੰਟਲੀ ਨਵਦੀਪ ਦਾ ਕੀ ਸਟੇਟਸ ਹੈ? ਲਾਈਕ ਉਹਨਾਂ ਦੀ ਹੈਲਥ ਵਗੈਰਾ ਕਿਵੇਂ ਹੈ ਹੁਣੇ? ਹਾਂਜੀ, ਉਹ ਬਹੁਤ ਸਾਰੀ ਮਤਲਬ ਜੇਲ੍ਹ ਦੇ ਅੰਦਰ ਬਹੁਤ ਸਾਰੀਆਂ ਲੜਕੀਆਂ ਨੇ, ਉਹਦੀ ਖੁਦ ਦੀ ਹਾਲਤ ਤਾਂ ਠੀਕ ਹੈ, ਵਿੱਚ ਦੀ ਉਹ ਜੇਲ੍ਹ ਦੇ ਖਾਣੇ ਦੇ ਕਰਕੇ ਵੀ ਉਹਨੂੰ ਤਬੀਅਤ ਖਰਾਬ ਰਹੀ। ਲੇਕਿਨ ਜੋ ਜ਼ਿਆਦਾ ਉਹਦੀ ਟੈਨਸ਼ਨ ਸੀ, ਜੋ ਜ਼ਿਆਦਾ ਉਹਦਾ ਕੰਸਰਨ ਸੀ, ਉਹ ਜੋ ਨਾਲ ਜੇਲ੍ਹ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਉਹਨਾਂ ਪ੍ਰਤੀ ਵੀ ਸੀ। ਜਦੋਂ ਉਹਦਾ ਜਨਮ ਦਿਨ ਸੀਗਾ 11 ਫਰਵਰੀ ਨੂੰ, ਤਾਂ ਉਸ ਤੋਂ ਪਹਿਲਾਂ ਮੇਰੀ ਜਦੋਂ ਫੋਨ ਤੇ ਗੱਲ ਹੋਈ ਸੀ, ਤਾਂ ਉਹਨੇ ਮੈਨੂੰ ਇਹੀ ਕਿਹਾ ਕਿ ਮਤਲਬ 20 ਕੁੜੀਆਂ ਲਈ ਲੋਅਰ ਟੂ ਟੀ-ਸ਼ਰਟਸ ਵਗੈਰਾ ਭੇਜੇ ਜਾਣ, ਕਿਉਂਕਿ ਜੇਲ੍ਹ ਦੇ ਅੰਦਰ ਜਦੋਂ ਔਰਤਾਂ ਜਾਂਦੀਆਂ ਨੇ ਤਾਂ ਉਹਨਾਂ ਦੇ ਫੈਮਲੀਜ਼ ਵੀ ਉਹਨਾਂ ਤੋਂ ਕਨੈਕਸ਼ਨ ਕੱਟ ਕਰ ਲੈਂਦੇ ਨੇ, ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਜਾਂ ਫਿਰ ਕੱਪੜੇ ਜਾਂ ਕੁਛ ਵੀ ਉਹਨਾਂ ਨੂੰ ਸੁਵਿਧਾ ਨਹੀਂ ਦਿੱਤੀ ਜਾਂਦੀ। ਫਿਰ ਬਾਹਰੋਂ ਫੈਮਲੀਜ਼ ਵੱਲੋਂ ਜੋ ਆਉਣੀ ਹੁੰਦੀ ਹੈ, ਤਾਂ ਫਿਰ ਉਹ ਕੱਪੜੇ ਔਰ ਜੋ ਕੱਪ ਮੰਗਵਾਏ ਸੀ ਉਹਨੇ, 20 ਕੱਪ ਦੇ ਕਰੀਬ ਤੁਸੀਂ ਦੇ ਕੇ ਜਾਓ ਜਾਂ ਕੱਪੜੇ ਦੇ ਕੇ ਜਾਓ, ਐਵੇਂ ਦੀ ਹੈਲਪ। ਤਾਂ ਅਸੀਂ ਕੁਛ ਕੱਪੜੇ ਭੇਜ ਵੀ ਪਾਏ। ਬਹੁਤ ਸਾਰੀ ਉਹਦੀ ਟੈਨਸ਼ਨ ਹੋਰ ਵੀ ਨੇ ਕਿ ਕਿਵੇਂ ਉਹਨਾਂ ਨੂੰ ਮਤਲਬ ਜਦੋਂ ਮੈਂ ਇਹਦੇ ਵਿੱਚ, ਜਦੋਂ ਹਜੇ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਉੱਠਣੀ ਸ਼ੁਰੂ ਹੋਈ ਸੀ, ਜਦੋਂ ਉਹਦੇ ਤੇ ਮੇਰੀ ਗੱਲ ਹੋਈ, ਤੇ ਮੈਂ ਉਹਨੂੰ ਬਹੁਤ ਉਤਸੁਕ ਸੀ ਇਹ ਦੱਸਣ ਵਾਸਤੇ ਕਿ ਬਹੁਤ ਸਾਰੇ ਜਣੇ ਨੇ ਜਿਹੜੇ ਤੇਰੇ ਅਲੱਗ-ਅਲੱਗ ਦੇਸ਼ਾਂ ਦੇ ਅੰਦਰ ਬੈਠ ਕੇ ਤੇਰੇ ਲਈ ਆਵਾਜ਼ ਉਠਾ ਰਹੇ ਆ। ਜਦੋਂ ਮੈਂ ਸਾਰਾ ਕੁਝ ਦੱਸ ਰਹੀ ਸੀ ਤਾਂ ਉਹ ਮੈਨੂੰ ਰੋਕ ਰਹੀ ਸੀ, ਇਹ ਸੁਣ ਰਾਜਵੀਰ, ਇੱਥੇ ਨਾ 4-5 ਲੜਕੀਆਂ ਨੇ ਜਿਨ੍ਹਾਂ ਕੋਲੇ ਵਕੀਲ ਨਹੀਂ ਹੈ, ਤੇ ਆਪਾਂ ਨੂੰ ਉਹਨਾਂ ਦੇ ਲਈ ਵਕੀਲ ਦਾ ਪ੍ਰਬੰਧ ਕਰਨਾ ਚਾਹੀਦਾ। ਤਾਂ ਫਿਰ ਮੈਂ ਉਹਨੂੰ ਮਜ਼ਾਕ ਵੀ ਕਰ ਰਹੀ ਸੀਗੀ ਕਿ ਪਹਿਲਾਂ ਤੂੰ ਬਾਹਰ ਆ ਜਾ, ਆਪਾਂ ਤੈਨੂੰ ਬਾਹਰ ਕਢਵਾ ਲਈਏ, ਫਿਰ ਆਪਾਂ ਉਹਨਾਂ ਲਈ ਵੀ ਆਵਾਜ਼ ਉਠਾ ਲਾਂਗੇ। ਤੇ ਉਹਦੇ ਕੰਸਰਨ ਨੇ, ਮਤਲਬ ਉਹਨੂੰ ਆਪਦੀ ਸਿਹਤ ਤੋਂ ਵੱਧ, ਉਹਦੇ ਤੋਂ ਵੱਧ ਇਹ ਨਹੀਂ ਕਿ ਮੈਂ ਮਤਲਬ ਇਹ ਐਗਜ਼ਾਮਪਲ ਦੇ ਵਜੋਂ ਵੀ ਸਾਡੇ ਲਈ ਹੈ ਕਿ ਕਿਵੇਂ ਜੇਲ੍ਹ ਦੇ ਅੰਦਰ ਬੰਦ ਕਰਨਾ ਵੀ ਉਹਨੂੰ ਸੁਸਾਇਟੀ ਲਈ ਸੋਚਣਾ ਜਾਂ ਸੁਸਾਇਟੀ ਲਈ ਕੰਮ ਕਰਨ ਤੋਂ ਨਹੀਂ ਰੋਕ ਸਕੀ, ਤੇ ਰੋਕ ਸਕਦੀ ਨਹੀਂ ਇਵੇਂ ਦੇ ਲੋਕਾਂ ਨੂੰ। ਤੇ ਹੁਣ ਉਹਦੀ ਸਥਿਤੀ ਠੀਕ ਹੈ। ਜਦੋਂ ਉਹ ਬਾਹਰ ਆਏਗੀ, ਉਹਦਾ ਇੱਕ ਮੈਸੇਜ ਵੀ ਸੀਗਾ ਲੋਕਾਂ ਦੇ ਲਈ ਕਿ ਜੋ ਵੀ ਉਹਦੇ ਲਈ ਆਵਾਜ਼ ਉਠਾ ਰਹੇ ਨੇ, ਜੋ ਸ਼ਿਵ ਕੁਮਾਰ ਦੇ ਲਈ ਆਵਾਜ਼ ਉਠਾ ਰਹੇ ਨੇ,
ਉਹਨਾਂ ਨੂੰ ਮਤਲਬ ਬਹੁਤ ਸ਼ੁਕਰੀਆ ਵੀ ਕਰਨਾ ਚਾਹ ਰਹੀ ਸੀ ਤੇ ਨਾਲ ਇਹ ਵੀ ਕਹਿ ਰਹੇ ਸੀਗੇ ਕਿ ਮੈਂ ਬਾਹਰ ਆ ਕੇ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣੂੰਗੀ ਤੇ ਲਗਾਤਾਰ ਲੋਕਾਂ ਦੇ ਲਈ ਜਿਵੇਂ ਉਹਨੇ ਆਵਾਜ਼ ਉਠਾਈ ਉਵੇਂ ਆਵਾਜ਼ ਉਠਾਉਂਦੀ ਰਹੂਗੀ। ਤੇ ਇਹ ਉਹਦਾ ਮੈਸੇਜ ਵੀ ਸੀ, ਬਾਹਰ ਆ ਕੇ ਅੰਦੋਲਨ ਦੇ ਅੰਦਰ ਆਊਗੀ ਤੇ ਬਾਕੀ ਲੋਕਾਂ ਦੇ ਨਾਲ ਵੀ ਗੱਲ ਕਰੇਗੀ। ਠੀਕ ਹੈ। ਥੈਂਕ ਯੂ ਸੋ ਮਚ ਭੈਣ ਜੀ, ਤੁਸੀਂ ਸਮਾਂ ਕੱਢ ਕੇ ਆਏ ਤੇ ਸਾਨੂੰ ਮੌਕਾ ਦਿੱਤਾ ਤੁਹਾਡੇ ਨਾਲ ਗੱਲ ਕਰਨ ਦਾ। ਤੇ ਡੂ ਯੂ ਹੈਵ ਐਨੀ ਕਲੋਜ਼ਿੰਗ ਥੋਟਸ ਜਾਂ ਕੋਈ ਵੀ ਮੈਸੇਜ ਜੋ ਤੁਸੀਂ ਪੂਰੇ ਵਰਲਡ ਦੇ ਸਿੱਖ ਯੂਥ ਨੂੰ ਦੇਣਾ ਚਾਹੋਗੇ? ਨਹੀਂ ਜੀ, ਬਸ ਮਤਲਬ ਇਹੀ ਹੈ ਕਿ ਬਹੁਤ ਸਾਰੀ ਸਪੋਰਟ ਸਾਨੂੰ ਮਤਲਬ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਜੋ ਕੈਨੇਡਾ ਤੋਂ, ਅਮਰੀਕਾ ਤੋਂ, ਵੈਨਕੂਵਰ ਤੋਂ, ਹਨਾ, ਮਤਲਬ ਜੋ ਅਲੱਗ-ਅਲੱਗ ਜਗ੍ਹਾ ਤੋਂ ਬੈਠੇ ਜਿਹੜੇ ਲੋਕ ਨੇ ਉਹਨਾਂ ਨੇ ਲਗਾਤਾਰ ਫੋਨ ਕਰਕੇ ਇਹਨਾਂ ਦਾ ਕੰਸਰਨ ਰਿਹਾ ਲਗਾਤਾਰ ਕਿ ਨੌਦੀਪ ਦੇਸ਼ ਵਿੱਚ ਕੀ ਚੱਲ ਰਿਹਾ, ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ, ਕਿਵੇਂ ਆ। ਬਹੁਤ ਸਾਰੇ ਜਣਾਂ ਦਾ ਮੈਂ ਫੋਨ ਵੀ ਨਹੀਂ ਚੱਕ ਪਾਈ, ਪਰ ਇੱਕ ਠੀਕ ਹੈ, ਇਹ ਯੂਨਿਟੀ ਬਣੀ ਰਹਿਣੀ ਚਾਹੀਦੀ ਆ। ਤੇ ਆਪਾਂ ਮਤਲਬ ਨੌਦੀਪ ਨੂੰ ਵੀ, ਸ਼ਿਵ ਕੁਮਾਰ ਨੂੰ ਵੀ ਤੇ ਜਿੰਨੇ ਵੀ ਜਿਹੜੇ ਬੇਦੋਸ਼ੇ ਨੇ ਉਹਨਾਂ ਨੂੰ ਬਾਹਰ ਕਢਵਾਵਾਂਗੇ ਤੇ ਇਸ ਅੰਦੋਲਨ ਨੂੰ ਵੀ ਅੱਗੇ ਲੈ ਕੇ ਜਾਵਾਂਗੇ। ਤੇ ਉਹਨਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਵੀ ਆਵਾਜ਼ ਉਠਾਈ ਹੈ ਨੌਦੀਪ ਲਈ, ਸ਼ਿਵ ਕੁਮਾਰ ਲਈ। ਤੇ ਮੈਂ ਨੌਦੀਪ ਦੇ ਲਈ ਮੈਂ ਸਿਰਫ ਇੱਕ ਭੈਣ ਹੋਣ ਦੇ ਨਾਤੇ, ਮੇਰੀ ਛੋਟੀ ਸਿਸਟਰ ਹੈ, ਉਹ ਇਸ ਕਰਕੇ ਨਹੀਂ ਬੋਲ ਰਹੀ, ਉਹ ਠੀਕ ਕੰਮ ਕਰ ਰਹੀ ਹੈ ਸੋਸਾਇਟੀ ਲਈ, ਇਸ ਲਈ ਵੀ ਬੋਲ ਰਹੇ ਆ। ਤੇ ਆਪਾਂ ਨੂੰ ਸਾਰਿਆਂ ਨੂੰ ਇਹ ਡਿਊਟੀ ਅਦਾ ਕਰਨੀ ਚਾਹੀਦੀ ਆ, ਬਹੁਤ ਸਾਰੇ ਲੋਕ ਕਰ ਵੀ ਰਹੇ। ਬਸ ਜੀ, ਥੈਂਕ ਯੂ, ਇਹੀ ਕਹਿੰਦੇ ਹੋਏ ਬਸ। ਠੀਕ ਹੈ। ਸੰਗਤ ਜੀ, ਮੇਕ ਸ਼ੋਰ ਯੂ ਫੋਲੋ ਰਾਜਵੀਰ ਭੈਣ ਜੀ ਔਨ ਟਵਿੱਟਰ। ਆਈ'll put a link in text for voice and thank you ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਿ ਸ਼੍ਰੀ ਫਤਿਹ। ਅਕਾਲ।